ਸਰੋਵਰ ਇਸੇ ਗੱਲੋਂ ਬਣਾਏ ਗਏ, ਪੰਗਤਾਂ ਇਸੇ ਗੱਲੋਂ ਬਣਾਈ ਹੈ, ਲੰਗਰ ਪ੍ਰਥਾ ਇਸੇ ਗੱਲੋਂ ਵੀ ਸਰੋਵਰਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਖਰੇਵ ਨਾ ਹੋਵੇ। ਇਹਨਾਂ ਦੀਆਂ ਨਜ਼ਰਾਂ ਦੇ ਅੰਦਰ ਖਾਸ ਹੋਏਗਾ, ਪਰ ਸਾਡੀਆਂ ਨਜ਼ਰਾਂ ਦੇ ਅੰਦਰ ਬਹੁਤਾ ਖਾਸ ਨਹੀਂਗਾ। 4 ਵਜੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ, 6 ਵਜੇ ਉਹਨੇ ਆਉਣਾ ਹੈ, ਖੋਰੇ ਉਦੋਂ ਆਉਣ ਤੋਂ ਬਾਅਦ ਵੀ 2 ਘੰਟੇ ਤੱਕ ਦਰਵਾਜ਼ੇ ਬੰਦ ਹੀ ਨਾ ਰਹੇ ਹੋਣ। ਕਿ ਤਖਤਾਂ ਦੇ ਕੋਈ ਵੀ ਲੀਡਰ ਜਾਂ ਅਮੀਰ ਬੰਦਾ ਆਵੇ ਤੇ ਉਹਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ, ਉਹਦੇ ਲਈ ਸੰਗਤ ਦੇ ਲਈ ਕਵਾੜ ਬੰਦ ਕੀਤੇ ਜਾਣਗੇ। ਪਰ ਸਾਡੇ ਧਰਮ ਦੇ ਠੇਕੇਦਾਰਾਂ ਨੇ ਇਹਨਾਂ ਨੂੰ ਮਤਲਬ ਬਾਣਾ ਬਣਾਤਾ। ਲੇਕਿਨ ਸਰਕਾਰਾਂ ਸਾਡੇ ਤਖਤਾਂ ਦੇ ਉੱਤੇ, ਸਾਡੇ ਸਿੱਖੀ ਦੇ ਉੱਤੇ ਜਿਸ ਤਰ੍ਹਾਂ ਕਬਜ਼ਾ ਕਰ ਰਹੀ ਹੈ, ਜਿਹੜਾ ਕਿ ਇੱਕ ਬੀਜੇਪੀ ਦੇ ਨਾਲ ਹੀ ਬਿਲੋਂਗ ਕਰਦਾ, ਆਰਐਸਐਸ ਦਾ ਹੀ ਇੱਕ ਅੰਗ ਹੈ, ਉਹਦੀਆਂ ਆਮ ਫੋਟੋਆਂ ਜਿਹੜੀਆਂ ਨੇ ਤੁਸੀਂ ਬਾਬਾ ਰਾਮਦੇਵ ਦੇ ਨਾਲ ਭਾਈਵਾਲ ਵੀ ਜੋ ਸੁਣਨ ਨੂੰ ਮਿਲਦਾ ਹੈ। ਵਾਇਸ ਆਫ ਖਾਲਸਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਬਲਜੀਤ ਕੌਰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਖ ਕੌਮ ਦੇ ਸਾਹਮਣੇ ਕੋਈ ਨਾ ਕੋਈ ਮਸਲਾ ਜਿਹੜਾ ਆਇਆ ਰਹਿੰਦਾ ਹੈ। ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨ ਹੀ ਜਿਹੜਾ ਇੱਕ ਮਸਲਾ ਸਾਹਮਣੇ ਆਇਆ ਸੀ ਸਾਡਾ ਤਖਤ ਸਾਹਿਬ ਤੋਂ ਕਿ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਉੱਥੇ ਕੀਤੀ ਗਈ, ਅਤੇ ਬਾਅਦ ਦੇ ਵਿੱਚ ਜਦੋਂ ਇਨਸਾਨ ਫੜ ਦਿੱਤਾ ਜਾਂਦਾ ਤਾਂ ਉਹਨੂੰ ਜਿਹੜਾ ਮੈਂਟਲੀ ਅਪਸੈਟ ਜਿਹੜਾ ਉਹ ਦੱਸ ਦਿੱਤਾ ਜਾਂਦਾ ਹੈ। ਇੱਥੇ ਹੀ ਨਹੀਂ, ਅਸੀਂ ਇੱਕ ਹੋਰ ਮਸਲਾ ਲੈ ਕੇ ਜਿਹੜਾ ਸੰਗਤ ਦੇ ਸਾਹਮਣੇ ਅੱਜ ਹਾਜ਼ਰ ਹੋਏ ਆ, ਉਹ ਬੜਾ ਹੀ ਗੰਭੀਰ ਮਸਲਾ ਜਿਹੜਾ ਸਾਡਾ ਹੈਗਾ ਹੈ ਜੀ। ਅੱਜ ਅਸੀਂ ਮਸਲਾ ਲੈ ਕੇ ਆਏ ਆ ਤਖਤ ਹਜ਼ੂਰ ਸਾਹਿਬ ਤੋਂ ਜੀ, ਜਿੱਥੇ ਕਿ ਗ੍ਰਹਿ ਮੰਤਰਾਲੇ ਮੰਤਰੀ ਅਮਿਤ ਸ਼ਾਹ ਜੀ ਹੁਣੀ ਜਾਂਦੇ ਨੇ ਤੇ ਉਹਨਾਂ ਦੇ ਜਾਣ ਦੇ ਬਾਅਦ ਜਿਹੜਾ ਹੈ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਦੇ ਕਰਕੇ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਜਿਹੜਾ ਰੋਸ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਜੀ। ਜਦੋਂ ਦੇਖਿਆ ਗਿਆ ਕਿ ਅਮਿਤ ਸ਼ਾਹ ਹੁਣਾਂ ਨੇ ਉੱਥੇ ਪਹੁੰਚਣਾ ਸੀ ਤਾਂ ਪਹਿਲਾਂ ਹੀ ਪਤਾ ਲੱਗਾ ਕਿ 2 ਘੰਟੇ ਪਹਿਲਾਂ ਜਿਹੜੇ ਉੱਥੋਂ ਦੇ ਕਿਵਾੜ ਜਿਹੜੇ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ। ਉਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਸਨਮਾਨ ਕੀਤਾ ਜਾਂਦਾ, ਗੁਰੂ ਸਾਹਿਬ ਜੀ ਤੋਂ ਬਖਸ਼ੀ ਦਸਤਾਰ ਸ੍ਰੀ ਸਾਹਿਬ ਦੇ ਨਾਲ ਉਹਨਾਂ ਦਾ ਸਨਮਾਨ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਅਸੀਂ ਮੰਨਦੇ ਹਾਂ ਕਿ ਸਨਮਾਨ ਹਰ ਇੱਕ ਇਨਸਾਨ ਦਾ ਜਿਹੜਾ ਉਹ ਹੋਣਾ ਚਾਹੀਦਾ ਹੈ, ਲੇਕਿਨ ਕਿਸ ਤਰ੍ਹਾਂ ਦੇ ਇਨਸਾਨ ਦਾ ਹੋਣਾ ਚਾਹੀਦਾ ਉਹਦੇ ਲਈ ਸਾਨੂੰ ਜਿਹੜਾ ਜਾਗਰੂਕ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਲੇਕਿਨ ਜਦੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਸਾਡੇ ਆਪਣੇ ਹੀ ਸੂਝਵਾਨ ਲੋਕਾਂ ਦੇ ਵੱਲੋਂ, ਭਾਵ ਕਿ ਸਾਡੀਆਂ ਆਪਣੀਆਂ ਕਮੇਟੀਆਂ ਦੇ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਕਾਰਨਾਮੇ ਕੀਤੇ ਜਾਂਦੇ ਨੇ ਤਾਂ ਸਾਡੇ ਮਨਾਂ ਨੂੰ ਜਿਹੜਾ ਬਹੁਤ ਦੁੱਖ ਲੱਗਦਾ ਹੈ। ਤੇ ਆਓ ਜਾਣਦੇ ਹਾਂ ਇਸ ਪੂਰੀ ਘਟਨਾਕ੍ਰਮ ਕੀ ਹੈ ਤੇ ਕੀ ਇਹਦੇ ਪਿੱਛੇ ਦਾ ਕਾਰਨ ਹੈ, ਕਿਉਂ ਇਸ ਤਰ੍ਹਾਂ ਜਿਹੜਾ ਉੱਥੇ ਜਿਹੜੇ ਦਰਵਾਜ਼ੇ ਨੇ ਸਿੱਖ ਸੰਗਤ ਦੇ ਲਈ ਬੰਦ ਕਰ ਦਿੱਤੇ ਜਾਂਦੇ ਨੇ। ਕਿਉਂਕਿ ਅਸੀਂ ਪਿਛਲੇ ਦਿਨ ਹੀ ਦੇਖਿਆ ਸੀਗਾ ਕਿ ਜਦੋਂ ਅੰਮ੍ਰਿਤਸਰ ਸਾਹਿਬ ਜਾਂ ਕਿਸੇ ਵੀ ਤਖਤ ਤੇ ਕੋਈ ਵੀ ਮੰਤਰੀ ਆਉਂਦਾ ਹੈ ਤਾਂ ਇਸ ਤਰ੍ਹਾਂ ਦੀ ਘਟਨਾ ਜਿਹੜੀ ਦੇਖਣ ਨੂੰ ਨਹੀਂ ਮਿਲਦੀ। ਫਿਰ ਤਖਤ ਹਜ਼ੂਰ ਸਾਹਿਬ ਹੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਕਿਉਂ ਵੇਖਣ ਨੂੰ ਮਿਲੀ। ਤੇ ਮੇਰੇ ਨਾਲ ਮੇਰੇ ਇਸ ਵਿਸ਼ੇ ਦਾ ਅੱਜ ਸਾਥ ਦੇਣਗੇ ਸਾਡੇ ਬੜੇ ਸਤਿਕਾਰਯੋਗ ਸਰਦਾਰ ਭੁਪਿੰਦਰ ਸਿੰਘ ਸਾਧੂ ਜੀ, ਅਤੇ ਉਹਨਾਂ ਦੇ ਨਾਲ ਹੀ ਸਾਡੇ ਨਾਲ ਮੌਜੂਦ ਨੇ ਭਾਈ ਹਰਪਾਲ ਸਿੰਘ ਮੱਖੂ ਜੀ। ਅਸੀਂ ਉਹਨਾਂ ਦੇ ਨਾਲ ਅੱਜ ਜਿਹੜੀ ਬਾਤਚੀਤ ਆ ਉਹ ਆਪਣੀ ਸ਼ੁਰੂ ਕਰਦੇ ਹਾਂ ਤੇ ਮਸਲਾ ਜਾਣਨ ਦੀ ਜਿਹੜੀ ਆ ਪੂਰੀ ਕੋਸ਼ਿਸ਼ ਕਰਦੇ ਹਾਂ ਜੀ। ਭਾਈ ਸਾਹਿਬ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਹਰਪਾਲ ਸਿੰਘ ਜੀ ਤੁਹਾਡੇ ਕੋਲੇ ਆਉਣੀ ਆ। ਮੈਂ ਇਹ ਜਾਣਨਾ ਚਾਹੁੰਦੀ ਆ ਕਿ ਅਸੀਂ ਦੇਖਿਆ ਕਿ ਗ੍ਰਹਿ ਮੰਤਰਾਲੇ ਅਮਿਤ ਸ਼ਾਹ ਜਦੋਂ ਹਜ਼ੂਰ ਸਾਹਿਬ ਮੱਥਾ ਟੇਕਣ ਲਈ ਜਾਂਦੇ ਨੇ, ਕਿਉਂਕਿ ਗੁਰੂ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਆਣਾ ਹੈ ਤੇ ਸੰਗਤ ਦੀ ਪੰਗਤ ਦੇ ਵਿੱਚ ਲਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਹਮੇਸ਼ਾ ਸਾਨੂੰ ਹਾਜ਼ਰ ਹੋਣਾ ਚਾਹੀਦਾ ਹੈ। ਲੇਕਿਨ ਉੱਥੇ ਇਸ ਤਰ੍ਹਾਂ ਦੇਖਿਆ ਗਿਆ ਕਿ ਸੰਗਤ ਦੇ ਲਈ ਹੀ ਜਿਹੜੇ ਦਰਵਾਜ਼ੇ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ। ਤੁਸੀਂ ਇਸ ਚੀਜ਼ ਨੂੰ ਕਿੰਨਾ ਕੁ ਜਿਹੜਾ ਹੈ ਉਹ ਜਾਇਜ਼ ਸਮਝਦੇ ਹੋ ਜੀ? ਬਿਲਕੁਲ ਮੈਂ ਇਹਨੂੰ ਜਾਇਜ਼ ਨਹੀਂ ਮੰਨਦਾ ਜੀ। ਭੈਣ ਜੀ, ਸੰਗਤ ਦੇ ਵਿੱਚ ਹਰੇਕ ਦਾ ਸਤਿਕਾਰ ਹੈ, ਭਾਵੇਂ ਕੋਈ ਉਹ ਉੱਚਾ ਤੇ ਭਾਵੇਂ ਨੀਵਾਂ, ਕਿਸੇ ਜਾਤ ਪਾਤ ਦਾ ਕੋਈ ਵਖਰੇਵਾ ਨਹੀਂ। ਉੱਥੇ ਭਾਵੇਂ ਕੋਈ ਬਾਦਸ਼ਾਹ ਆਉਂਦਾ ਵੀ ਤੇ ਹਿਸਟਰੀ ਆਪਣੇ ਕੋਲ ਅਕਬਰ ਬਾਦਸ਼ਾਹ ਵੀ ਆਉਂਦਾ ਹੈ, ਪਰ ਉਹਨੂੰ ਵੀ ਉਹੀ ਸਤਿਕਾਰ ਮਿਲਦਾ ਜਿਹੜਾ ਆਮ ਸਿੱਖ ਨੂੰ ਮਿਲਦਾ ਹੈ। ਗੁਰਦੁਆਰੇ ਦੇ ਵਿੱਚ ਕੋਈ ਆਮ ਖਾਸ ਨਹੀਂ, ਪਰ ਇੱਥੇ ਇੱਕ ਪਿਰਤ ਪੈ ਚੁੱਕੀ ਹੈ ਵੀ ਆ ਫਲਾਣਾ ਖਾਸ ਏ। ਇਹੋ ਇੱਥੇ ਸਾਡੇ ਪੰਜਾਬ ਦੇ ਤਖਤਾਂ ਤੇ ਆ, ਜਦੋਂ ਸੁਖਬੀਰ ਬਾਦਲ ਨੇ ਆਉਣਾ ਜਾਂ ਕਿਸੇ ਨੇ ਆਉਣਾ ਉਦੋਂ ਲਾਈਨਾਂ ਖਾਲੀ ਕਰ ਦਿੱਤੀਆਂ ਜਾਂਦੀਆਂ, ਸੰਗਤ ਨੂੰ ਰੋਕ ਦਿੱਤਾ ਜਾਂਦਾ ਹੈ, ਉਹਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ। ਗੁਰੂ ਦੀਆਂ ਨਜ਼ਰਾਂ ਦੇ ਅੰਦਰ ਕੋਈ ਖਾਸ ਨਹੀਂ, ਉੱਥੇ ਸਾਰੇ ਖਾਸ ਨੇ। ਇਹ ਨਹੀਂ ਵੀ ਕੋਈ ਪੋਲੀਟੀਕਲ ਬੰਦਾ ਜਾਂ ਕੋਈ ਅਮੀਰ ਬੰਦਾ ਹੈ ਉਹਨੂੰ ਵਿਸ਼ੇਸ਼ ਗੁਰਦੁਆਰੇ ਸਹੂਲਤਾਂ ਦਿੱਤੀਆਂ ਜਾਣਗੀਆਂ। ਉੱਥੇ ਸਾਰਿਆਂ ਲਈ ਬਰਾਬਰਤਾ ਦਾ ਅਧਿਕਾਰ ਹੈ। ਸਰੋਵਰ ਇਸੇ ਗੱਲੋਂ ਬਣਾਏ ਗਏ, ਪੰਗਤਾਂ ਇਸੇ ਗੱਲੋਂ ਬਣਾਈ ਹੈ, ਲੰਗਰ ਪ੍ਰਥਾ ਇਸੇ ਗੱਲੋਂ ਵੀ ਸਰੋਵਰਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਖਰੇਵ ਨਾ ਹੋਵੇ। ਲੰਗਰ ਪ੍ਰਥਾ ਇਸੇ ਗੱਲੋਂ ਚਲਾਏਗੀ ਵੀ ਕੋਈ ਵਖਰੇਵਾ ਨਾ ਹੋਵੇ। ਗੁਰੂ ਦਾ ਉਪਦੇਸ਼ ਵੀ ਸਮੁੱਚੀ ਕਾਇਨਾਤ ਲਈ ਸਾਂਝਾ। ਦਰਵਾਜ਼ੇ ਰੱਖਣ ਦਾ ਮਤਲਬ ਵੀ ਇਹ ਸਾਂਝੀਵਾਲਤਾ ਦਾ ਪ੍ਰਤੀਕ ਸੀ। ਪਰ ਇੱਥੇ ਅੱਜ ਬੜਾ ਦੁੱਖ ਹੋਇਆ ਵੀ ਸੰਗਤ ਨੂੰ ਪਰਮਾਤਮਾ ਦਾ ਰੂਪ ਕਿਹਾ ਜਾਂਦਾ ਹੈ, ਵਿੱਚ ਸੰਗਤ ਹਰ ਪ੍ਰਵਸ ਹੈ ਜੀਓ। ਸੰਗਤ ਨੂੰ 2 ਘੰਟੇ ਲਈ ਵੇਟ ਕਰਾਈ ਜਾਂਦੀ ਏ ਇੱਕ ਆਮ ਬੰਦੇ ਦੇ ਲਈ। ਇਹਨਾਂ ਦੀਆਂ ਨਜ਼ਰਾਂ ਦੇ ਅੰਦਰ ਖਾਸ ਹੋਏਗਾ, ਪਰ ਸਾਡੀਆਂ ਨਜ਼ਰਾਂ ਦੇ ਅੰਦਰ ਬਹੁਤਾ ਖਾਸ ਨਹੀਂਗਾ। ਉਹਦੀ ਖਾਤਰ ਸੰਗਤਾਂ 2 ਘੰਟੇ ਉਹਨਾਂ ਨੂੰ ਰੋਕਿਆ ਜਾਂਦਾ ਹੈ,
4 ਵਜੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ, 6 ਵਜੇ ਉਹਨੇ ਆਉਣਾ ਹੈ, ਖੋਰੇ ਉਦੋਂ ਆਉਣ ਤੋਂ ਬਾਅਦ ਵੀ 2 ਘੰਟੇ ਤੱਕ ਦਰਵਾਜ਼ੇ ਬੰਦ ਹੀ ਨਾ ਰਹੇ ਹੋਣ। ਇਹਦਾ ਮਤਲਬ ਤਖਤਾਂ ਦਾ ਅੱਜ ਸਿਆਸੀਕਰਨ ਹੋ ਚੁੱਕਾ ਹੈ ਵੀ ਤਖਤਾਂ ਤੇ ਕੋਈ ਵੀ ਲੀਡਰ ਜਾਂ ਅਮੀਰ ਬੰਦਾ ਆਵੇ ਤੇ ਉਹਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ, ਉਹਦੇ ਲਈ ਸੰਗਤ ਦੇ ਲਈ ਕਵਾੜ ਬੰਦ ਕੀਤੇ ਜਾਣਗੇ, ਉਹਦੇ ਲਈ ਖੋਲੇ ਜਾਣਗੇ ਜੀ। ਔਰ ਦੂਜਾ, ਇਹ ਸਰੋਪੇ ਦਾ ਵੀ ਹੱਕਦਾਰ ਨਹੀਂ, ਪਰ ਸਾਡੇ ਧਰਮ ਦੇ ਠੇਕੇਦਾਰਾਂ ਨੇ ਇਹਨਾਂ ਨੂੰ ਮਤਲਬ ਬਾਣਾ ਬਣਾਤਾ। ਉਹ ਵੀ ਬਾਣਾ ਜਿਹੜਾ ਕੁਲਵੰਤ ਸਿੰਘ ਆਪ ਪਹਿਨਦਾ, ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜਿਹੜੇ ਉੱਥੇ ਨੇ ਉਹ ਆਪ ਪਹਿਨਦੇ ਨੇ, ਉਹ ਪਹਿਨ ਕੇ ਸੱਚਖੰਡ ਜਾਂਦੇ ਨੇ। ਇਹਦਾ ਮਤਲਬ ਵੀ ਅੱਜ ਇਹਨੂੰ ਬਾਣਾ ਬਣਾਤਾ, ਕੱਲ ਅੰਦਰ ਸੱਚਖੰਡ ਭੇਜ ਦੇਣਗੇ, ਜਿੱਥੇ ਅੱਜ ਤਾਈਂ ਕਿਸੇ ਸਿੱਖ ਨੂੰ ਨਹੀਂ ਜਾਣ ਦਿੱਤਾ ਗਿਆ, ਕਿ ਜਥੇਬੰਦੀਆਂ ਦੇ ਆਗੂਆਂ ਨੂੰ ਨਹੀਂ ਜਾਣ ਦਿੱਤਾ ਗਿਆ। ਉਹ ਬਾਣਾ ਕੁਲਵੰਤ ਸਿੰਘ ਨੇ ਆਪਣੇ ਵਾਲਾ ਉਹਨਾਂ ਨੂੰ ਬਣਾਤਾ। ਇਹ ਬਾਣੇ ਦੀ ਵੀ ਤੋਹੀਨ ਹੋਈ ਏ, ਅੱਜ ਸੰਗਤ ਦੀ ਵੀ ਤੋਹੀਨ ਹੋਈ ਏ, ਔਰ ਤਖਤਾਂ ਤੇ ਤੋਹੀਨ ਹੋ ਰਹੀ ਏ। ਇਹ ਦੇਖੋ, ਇਹੀ ਗੱਲ ਜਿਹੜੀ ਆ ਸਾਧੂ ਭੁਪਿੰਦਰ ਸਿੰਘ ਹੁਣਾਂ ਦੇ ਕੋਲੇ ਵੀ ਚੱਲਦੇ ਆ, ਕਿਉਂਕਿ ਦੇਖੋ ਹਰ ਪੱਖ ਨੂੰ ਸਾਹਮਣੇ ਲੈ ਕੇ ਆਉਣਾ ਸਾਡੇ ਲਈ ਜ਼ਰੂਰੀ ਆ। ਇਹ ਘਟਨਾ ਸਾਧੂ ਸਿੰਘ ਜੀ, ਮੈਂ ਤੁਹਾਡੇ ਕੋਲੇ ਆਉਂਗੀ ਕਿ ਕਿਉਂ ਕਮੇਟੀਆਂ ਜਿਹੜੀਆਂ, ਕਿਉਂਕਿ ਉਹਨਾਂ ਦੀ ਸਰਪ੍ਰਸਤੀ ਹੁੰਦੀ ਹੈ ਕਿ ਸੰਗਤ ਦਾ ਮਾਨ ਸਨਮਾਨ ਕਰਨਾ, ਉਹ ਆ ਰਹੀ ਹੈ ਤੇ ਉਹਨਾਂ ਦੇ ਹਰ ਸੁਵਿਧਾ ਦਾ ਧਿਆਨ ਰੱਖਣਾ ਇਹ ਕਮੇਟੀਆਂ ਦਾ ਕੰਮ ਹੁੰਦਾ ਹੈ, ਲੇਕਿਨ ਉੱਥੇ ਇਸ ਤਰ੍ਹਾਂ ਦਾ ਜਦੋਂ ਵਖਰੇਵਾਂ ਵੇਖਣ ਨੂੰ ਮਿਲਦਾ ਹੈ ਤਾਂ ਤੁਸੀਂ ਕੀ ਸੋਚਦੇ ਹੋ? ਭੈਣ ਜੀ, ਗੱਲ ਇਸ ਤਰ੍ਹਾਂ ਹੈ ਕਿ ਮੈਂ ਤਖਤ ਹਜ਼ੂਰ ਸਾਹਿਬ ਦੇ ਨਾਲ ਮੈਂ ਸਮਝਦਾ, ਮੈਂ ਆਪਣੇ ਤੇ ਜਨਮ ਤੋਂ ਹੀ ਜੁੜਿਆ ਹੋਇਆ। ਮੇਰੇ ਆਲਮੋਸਟ 3-4 ਪੁਸ਼ਤਾਂ ਜਿਹੜੀਆਂ ਨੇ ਤਖਤ ਸਾਹਿਬ ਦੇ ਨਾਲ ਬਹੁਤ ਜੁੜੀਆਂ ਔਰ ਬੜੇ ਨੇੜਿਓਂ ਅਸੀਂ ਵੇਖਿਆ। ਔਰ ਮੈਂ ਅੱਜ ਸਮਝਦਾ ਸੀਗਾ ਕਿ ਜੇ ਕਿਧਰੇ ਸਿੱਖੀ ਔਰ ਕਿਧਰੇ ਜੁਝਾਰੂ ਸਿੱਖ ਜਿਹੜਾ ਸਿੱਖੀ ਲਈ ਮਰਨ ਜੇ ਲਈ ਤਿਆਰ ਹੈ ਤੇ ਉਹ ਦੱਖਣ ਦੀ ਧਰਤੀ ਤੱਕ, ਭਾਵ ਮੇਰਾ ਤਖਤ ਹਜ਼ੂਰ ਸਾਹਿਬ ਦੀ ਨਾਂਦੇੜ ਦੀ ਧਰਤੀ ਤੇ ਹੈ। ਬਟ ਇਹ ਹੁਣ ਬੜੀ ਨਜ਼ਦੀਕੀ ਦੀ ਗੱਲ ਹੈ ਕਿ ਵੀ ਦਿਨ ਬ ਦਿਨ ਜਿਹੜਾ ਤਖਤਾਂ ਤੇ, ਹਾਲਾਂਕਿ ਉੱਥੋਂ ਦੀ ਚੋਣ ਹੋ ਚੁੱਕੀ ਹੈ, ਲੇਕਿਨ ਸਰਕਾਰਾਂ ਸਾਡੇ ਤਖਤਾਂ ਦੇ ਉੱਤੇ, ਸਾਡੇ ਸਿੱਖੀ ਦੇ ਉੱਤੇ ਜਿਸ ਤਰ੍ਹਾਂ ਕਬਜ਼ਾ ਕਰ ਰਹੀ ਹੈ, ਔਰ ਖਾਸ ਕਰਕੇ ਮੈਂ ਤਖਤ ਹਜ਼ੂਰ ਸਾਹਿਬ ਦੀ ਗੱਲ ਕਰਾਂ, ਉੱਥੇ ਚੋਣ ਹੋ ਚੁੱਕੀ ਹੈ, ਲੇਕਿਨ ਉਹਨਾਂ ਨੇ ਆਪਣੇ ਹੀ ਮਤਲਬ ਦਾ ਪ੍ਰਧਾਨ ਜਿਹੜਾ ਮਨਾਸ ਬਿਠਾਇਆ ਹੈ, ਜਿਹੜਾ ਕਿ ਇੱਕ ਬੀਜੇਪੀ ਦੇ ਨਾਲ ਹੀ ਬਿਲੋਂਗ ਕਰਦਾ, RSS ਦਾ ਹੀ ਇੱਕ ਅੰਗ ਹੈ। ਉਹਦੀਆਂ ਆਮ ਫੋਟੋਆਂ ਜਿਹੜੀਆਂ ਨੇ ਤੁਸੀਂ ਬਾਬਾ ਰਾਮਦੇਵ ਦੇ ਨਾਲੋਂ ਭਾਈਵਾਲ ਵੀ ਜੋ ਸੁਣਨ ਨੂੰ ਮਿਲਦਾ ਹੈ। ਹੁਣ ਉਹਨਾਂ ਦਾ ਹੀ ਅਮਿਤ ਸ਼ਾਹ ਜਿਹੜਾ ਗ੍ਰਹਿ ਮੰਤਰਾਲੇ ਹੈ ਸਾਡਾ, ਉੱਥੇ ਗਿਆ ਔਰ ਇਹਨਾਂ ਨੇ ਕਵਾੜ ਬੰਦ ਕਰ ਦਿੱਤੇ। ਮੈਂ ਤੁਹਾਨੂੰ ਇਹਦੇ ਵਿੱਚ ਇੱਕ ਮਹਾਰਾਜ ਦੀ ਪੰਕਤੀ ਹੈ, ਮੈਂ ਸੋਚਦਾ ਕਿ ਵੀ ਅਸੀਂ ਹਲੇ 550 ਸਾਲਾਂ ਦਾ ਸਾਡਾ ਇਤਿਹਾਸ ਅਸੀਂ ਹੁਣ ਗੁਰੂ ਨਾਨਕ ਪਾਤਸ਼ਾਹ ਦਾ ਬਣਾਉਂਦੇ ਪਏ ਹਾਂ ਪੁਰਬ, ਤੇ ਇੰਨੀ ਜਲਦੀ ਉਹਨਾਂ ਦੀਆਂ ਸਿੱਖਿਆਵਾਂ ਕਿਵੇਂ ਭੁੱਲ ਸਕਦੇ ਹਾਂ? ਮਹਾਰਾਜ ਦੀ ਆਪਣੀ ਬਾਣੀ ਦੇ ਵਿੱਚ ਹੀ ਲਿਖਿਆ ਜਾਂਦਾ ਹੈ ਕਿ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਮਤਲਬ ਕਿ ਮਹਾਰਾਜ ਦੇ ਘਰ ਦੇ ਵਿੱਚ ਭਾਵੇਂ ਕੋਈ ਰਾਜਾ, ਕੋਈ ਭਿਖਾਰੀ, ਸਭ ਇੱਕੋ ਸਾਰ ਬਰਾਬਰ ਨੇ, ਉੱਥੇ ਕੋਈ ਵੱਡਾ ਤੇ ਕੋਈ ਛੋਟਾ ਨਹੀਂ ਹੈਗਾ। ਲੇਕਿਨ ਪਤਾ ਨਹੀਂ ਕਿ ਅੱਜ ਬੜੀ ਮੇਰੇ ਪਰਸਨਲ ਆਪਣੇ ਮਨ ਦੇ ਵਿੱਚ ਤਾਂ ਬਹੁਤ ਨਿਮੋਸ਼ੀ ਹੈ ਕਿ ਵੀ ਇਸ ਤਰ੍ਹਾਂ ਦੀ ਇਹ ਗੱਲ ਕਿਉਂ ਉੱਥੇ ਹੋਈ, ਕਿ ਵੀ ਕਿਹਦਾ ਵਸ ਨਹੀਂ ਚੱਲਿਆ। ਮੈਂ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵੀ ਭਾਈ ਸਾਹਿਬ ਨੇ ਵੀ ਬੜੇ ਰੋਸ਼ ਵਿੱਚ ਗੱਲ ਕਹੀ ਹੈ ਕਿ ਵੀ ਕਵਾੜ ਬੰਦ ਜਿਹੜੇ ਹੈ ਸੰਗਤਾਂ ਲਈ ਕਰ ਦਿੱਤੇ, ਔਰ ਮਹਾਰਾਜ ਆਪ ਜਿਹੜਾ ਸੰਗਤਾਂ ਦੇ ਵਿੱਚ ਪ੍ਰਭ ਵਸਦਾ ਹੈ। ਤੇ ਇਹ ਬੜੀ ਵੱਡੀ ਇੱਕ ਨਮੋਸ਼ੀ ਦੀ ਗੱਲ ਹੈ ਕਿ ਵੀ ਜੋ ਇਹਨਾਂ ਨੇ ਕੀਤਾ, ਇਹ ਕਵਾੜ ਕਦੀ ਨਹੀਂ ਸਾਡੇ ਬੰਦ ਹੋਣੇ ਚਾਹੀਦੇ, ਭਾਵੇਂ ਕੋਈ ਉੱਥੇ ਜਿੰਨਾ ਕੋ ਵੱਡਾ ਮੰਤਰੀ ਆਇਆ ਹੋਵੇ। ਤੁਹਾਨੂੰ ਇਹਦਾ ਇੱਕ ਉਦਾਹਰਨ ਹੋਰ ਦੇਣਾ, ਮੈਂ ਬਾਹਰ ਦੀਆਂ ਧਰਤੀਆਂ ਤੇ ਵਿਚਰਦਾ, ਖਾਸ ਕਰਕੇ ਕੈਨੇਡਾ ਦਾ ਪ੍ਰਧਾਨ ਮੰਤਰੀ ਜਿਹੜਾ ਜਸਟਿਨ ਟਰੂਡੋ ਹੈ, ਉਹਦੇ ਕੋਲ ਵੀ ਇੰਨੀ ਸਿਕਿਉਰਿਟੀ ਨਹੀਂ, ਉਹ ਆਮ ਸੰਗਤਾਂ ਹੀ ਵਿਚਰਦਾ, ਭਾਵੇਂ ਉਹ ਸਾਡੇ ਇੱਥੇ ਗੁਰਦੁਆਰੇ ਵਿੱਚ ਆਉਂਦਾ, ਮੰਦਿਰਾਂ ਵਿੱਚ ਆਉਂਦਾ, ਕਦੀ ਕਵਾੜ ਬੰਦ ਨਹੀਂ ਹੋਏ, ਕਦੀ ਸੰਗਤਾਂ ਲਈ ਏਦਾਂ ਨਹੀਂ ਰੋਕਿਆ ਗਿਆ। ਮੈਨੂੰ ਬੜੀ ਹੈਰਾਨੀ ਹੈ ਕਿ ਵੀ ਉੱਥੇ ਹੀ ਇਸ ਤਰ੍ਹਾਂ ਕਿਉਂ, ਔਰ ਉੱਥੇ ਹੀ ਸਾਡੇ ਗੁਰਧਾਮਾਂ ਤੇ ਇਸ ਤਰ੍ਹਾਂ ਦਾ ਕਿਉਂ ਹੁੰਦਾ, ਜਦਕਿ ਉੱਥੇ ਜਿਹੜਾ ਕੀਰਤਨ ਦਾ ਪੈਰਾ ਚੱਲ ਰਿਹਾ, ਪਾਠ ਦਾ, ਅਗਰ ਉਹ 6 ਵਜੇ ਦਾ ਟਾਈਮ ਰੱਖ ਰਹੇ, ਤੇ ਮੈਂ ਸਮਝਦਾ ਕਿਧਰੇ ਨਾ ਕਿਧਰੇ ਰਹਿਰਾਸ ਦਾ ਸਮਾਂ ਨੇੜੇ ਨਜ਼ਦੀਕ ਆਉਂਦਾ ਪਿਆ ਸੀਗਾ। ਤੇ ਇਹ ਇਸ ਤਰ੍ਹਾਂ ਦੀਆਂ ਕਿਉਂ ਇਹੋ ਜਿਹੀਆਂ ਹਰਕਤਾਂ ਹੋ ਰਹੀਆਂ ਨੇ ਵੀ ਜਿਹਦੇ ਨਾਲ ਸਾਡੀ ਮਾਨ ਮਰਿਆਦਾ ਨੂੰ ਢਾਲ ਲੱਗਦੀ ਹੈ? ਜੀ ਹਰਪਾਲ ਸਿੰਘ ਜੀ, ਮੈਂ ਫਿਰ ਤੋਂ ਤੁਹਾਡੇ ਕੋਲੇ ਆਉਣੀ ਆ। ਇੱਕ ਸਵਾਲ ਹੋਰ ਮੇਰੇ ਮਨ ਦੇ ਵਿੱਚ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਕਿ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ, ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਸਾਡੇ ਗੁਰਧਾਮਾਂ ਨੂੰ ਜਿਹੜਾ ਫਿਰ ਬੇਅਦਬੀਆਂ ਦਾ ਸਾਹਮਣੇ ਲਿਆਂਦੀਆਂ ਜਾਂਦੀਆਂ ਨੇ, ਲੇਕਿਨ ਬਾਅਦ ਚ ਜਦੋਂ ਸ਼ਖਸ ਫੜੇ ਜਾਂਦੇ ਨੇ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਆਮ ਤੌਰ ਤੇ ਕਿ ਮਾਈਂਡਲੀ ਅਪਸੈਟ ਨੇ, ਜਾਂ ਉਹਨਾਂ ਨੂੰ ਕਿਸੇ ਏਜੰਸੀਆਂ ਦੇ ਵੱਲੋਂ ਭੇਜਿਆ ਗਿਆ। ਕੀ ਸਾਡੇ ਕੋਲ ਇੰਨੀ ਵੱਡੀ ਸੰਸਥਾ ਸ਼੍ਰੋਮਣੀ ਕਮੇਟੀ ਵੀ ਆ, ਉਸ ਤੋਂ ਇਲਾਵਾ ਹੋਰ ਬਥੇਰੀਆਂ ਸੰਸਥਾਵਾਂ ਨੇ, ਕੀ ਅਸੀਂ ਇਹਨਾਂ ਲੋਕਾਂ ਦੇ ਉੱਤੇ ਜਿਹੜੀਆਂ ਨਕੇਲ ਉਹ ਨਹੀਂ ਕੱਸ ਸਕਦੇ ਜੀ? ਬੜਾ ਕੁਝ ਹੋ ਸਕਦਾ ਭੈਣ ਜੀ, ਪਰ ਇਹ ਹੈ ਵੀ ਉਹ ਜਿਵੇਂ ਕਹਿੰਦੇ ਤਖਤ ਬਹਿ ਤਖਤੇ ਕੇ ਲਾਇਕ, ਸਿੰਘ ਸਾਹਿਬ ਉਹੋ ਜਿਹੀ ਜੁਰਤ ਵਾਲਾ ਹੋਣਾ ਚਾਹੀਦਾ। ਇਹ ਚ ਰਘਬੀਰ ਸਿੰਘ ਜੀ ਕਹਿ ਰਹੇ ਨੇ ਵੀ ਜੇ ਉਹਨੂੰ ਕੋਈ ਮਾਰ ਦਿੰਦਾ ਤੇ ਕਤਲ ਮੇਰੇ ਸਿਰ ਤੇ ਪੈ ਜਾਣਾ ਸੀ। ਇਹੋ ਜਿਹੇ ਬੁੱਝਦਰ ਡਰਪੋਕ ਢੈਂਦੀ ਕਲਾ ਵਾਲੇ ਸਿੰਘ ਸਾਹਿਬ ਸਾਨੂੰ ਨਹੀਂ ਚਾਹੀਦੇ। ਔਰ ਫੜਨ ਤੋਂ ਬਾਅਦ ਉਹ ਮੈਂਟਲੀ ਅਪਸੈਟ ਹੋ ਜਾਂਦੇ ਨੇ, ਉਸੇ ਵੇਲੇ ਫੜ ਕੇ ਪੁਲਿਸ ਨੂੰ ਦੇ ਦਿੰਦੇ। ਸਰਕਾਰੀ ਸ਼ਹਿ ਤੇ ਕੰਮ ਹੋ ਰਿਹਾ ਜੀ, ਇਹ ਜੋ ਕੁਝ ਹੋ ਰਿਹਾ ਦੇਖੋ, ਪਹਿਲਾਂ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਬੇਅਦਬੀਆਂ ਹੁੰਦੀਆਂ ਸੀ,
ਅੱਜ ਸਾਡੇ ਤਖਤਾਂ ਜੀ ਤੇ ਹੋ ਰਹੀਆਂ। ਇਹ ਸ਼ੁਰੂ ਤੋਂ ਸਰਕਾਰਾਂ ਤਖਤਾਂ ਦੇ ਵਿਰੁੱਧ ਹੀ ਚੱਲੀਆਂ ਨੇ, ਕਿਉਂਕਿ ਇਹ ਤਖਤ ਸਰਕਾਰਾਂ ਦੇ ਵਿਰੁੱਧ ਮੇਰੇ ਪਾਤਸ਼ਾਹ ਨੇ ਖੜੇ ਕੀਤੇ ਸੀ ਵੀ ਇੱਥੇ ਹਰੇਕ ਨੂੰ ਇਨਸਾਫ ਮਿਲੇਗਾ, ਜੇ ਕੋਈ ਗੁਨੇਗਾਰ ਤੇ ਉਹਨੂੰ ਸਜ਼ਾ ਮਿਲੇਗੀ। ਇਸੇ ਕੋਲੋਂ ਤਖਤ ਬਿਲਕੁਲ। ਹੋਣ ਚਾਹੇ ਸਨ। ਤੇ ਕਿਸੇ ਵੇਲੇ ਸਰਕਾਰਾਂ, ਸਾਡੇ ਭਾਰਤ ਸਰਕਾਰ ਦੀਆਂ ਸਰਕਾਰਾਂ ਸਾਡੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਦੀਆਂ। ਹੁਣ ਅਟੈਕ ਹੋਇਆ ਕੇਸਗੜ੍ਹ ਸਾਹਿਬ, ਉੱਥੇ ਵੀ ਜੀ। ਵੇਖੋ ਕਿਵੇਂ ਧੂਆਂ ਸੱਟਿਆ ਗਿਆ ਬੀੜੀ ਦਾ, ਸਿਗਰਟ ਦਾ, ਤੇ ਕਿਵੇਂ ਉਹ ਰਾਗੀ ਸਿੰਘਾਂ ਵੱਲ ਬਾਣੀ ਪੜ੍ਹਦਿਆਂ ਵੱਲ ਸੱਟੀ ਗਈ ਤੇ ਉਹਨੂੰ ਫੜ ਕੇ ਕੋਈ ਉਹਦੀ ਛਿੱਤਰਪੇੜ ਨਹੀਂ ਹੋਈ, ਕੋਈ ਉਹਦੀ ਗੱਲ ਨਹੀਂ ਹੋਈ, ਗਾਟਾ ਲਾ ਦਿੱਤਾ ਜਾਂਦਾ। ਉਹ ਤਖਤਾਂ ਦੇ ਜਿਹੜੇ ਸ਼ਸਤਰ ਨੇ ਗੁਰੂ ਸਾਹਿਬ ਦੇ, ਉਹ ਕਾਹਦੇ ਲਈ ਨੇ? ਵਿਖਾਵੇ ਲਈ ਨੇ। ਵਿਖਾਇਆ ਜਾਂਦਾ ਵੀ ਫਲਾਣਾ ਜਿਹੜਾ ਸ਼ਸਤਰ ਹੈ ਪਾਤਸ਼ਾਹ ਨੇ ਫਲਾਣੀ ਜੰਗ ਦੇ ਵਿੱਚ ਵਰਤਿਆ, ਭੰਗਾਣੀ ਦੀ ਜੰਗ 'ਚ ਵਰਤਿਆ। ਮੇਰੇ ਪਾਤਸ਼ਾਹ ਨੇ ਜੀਵਨ ਦੀਆਂ 14 ਜੰਗਾਂ ਲੜੀਆਂ ਤੇ ਉਹ 14 ਜੰਗਾਂ ਦੇ ਵਿੱਚੋਂ ਹਥਿਆਰ ਵਿਖਾਏ ਜਾਂਦੇ, ਫਲਾਣੀ ਜੰਗ 'ਚ ਵਰਤਿਆ ਗਿਆ। ਵੀ ਜੇ ਇੱਥੇ ਤਖਤ ਤੇ ਕੋਈ ਚੜ ਕੇ ਦੁਸ਼ਟ ਆਏਗਾ, ਇਹ ਹਥਿਆਰ ਉਹੀ ਫੜ ਕੇ ਉਹਦਾ ਗਾਟਾ ਲਾ ਦਿੰਦੇ, ਇੱਕ ਹਿਸਟਰੀ ਦੇ ਪਾਰਾ ਰਿਪੀਟ ਹੋ ਜਾਣੀ ਸੀ। ਤੇ ਸਿੰਘ ਸਾਹਿਬ ਕਹਿ ਰਹੇ ਨੇ ਮੇਰੇ ਤੇ ਕਤਲ ਦਾ ਕੇਸ ਪੈ ਜਾਂਦਾ। ਤੇ ਵੇਖੋ ਜੀ, ਇਹ ਇਹੋ ਜਿਹੇ ਸਿੰਘ ਸਾਹਿਬ ਨਹੀਂ ਚਾਹੀਦੇ। ਸਿੰਘ ਸਾਹਿਬ ਸਾਨੂੰ ਚਾਹੀਦੇ ਭਾਈ ਰਣਜੀਤ ਸਿੰਘ ਵਰਗੇ, ਭਾਈ ਜਗਤਾਰ ਸਿੰਘ ਹਵਾਰਾ ਵਰਗੇ। ਭਾਈ ਰਣਜੀਤ ਸਿੰਘ ਨੇ ਵੇਖੋ ਦੁਸ਼ਟ ਨਿਰੰਕਾਰੀ ਸੋਧਿਆ ਸੀ ਨਾ, ਤੇ ਕੌਮ ਨੇ ਸਿੰਘ ਸਾਹਿਬ ਜੇਲ੍ਹ ਦੇ ਵਿੱਚੋਂ ਬਣਾਇਆ ਤੇ ਬਰੀ ਕਰਾ ਕੇ ਸੰਗਤ ਦੇ ਵਿੱਚ ਲੈ ਕੇ ਆਏ। ਅੱਜ ਇਹੋ ਜਿਹੇ ਸਿੰਘ ਸਾਹਿਬ ਢੈਂਦੀਆਂ ਕਲਾਂ ਵਾਲੇ ਕਹਿ ਰਹੇ ਨੇ ਅਸੀਂ ਕਾਨੂੰਨ ਹੱਥ 'ਚ ਨਹੀਂ ਲੈ ਸਕਦੇ, ਅਸੀਂ ਆਹ ਨਹੀਂ ਕਰ ਸਕਦੇ। ਵੇਖੋ ਸਾਡੇ ਸਾਹਮਣੇ ਕਿਸੇ ਧੀ ਭੈਣ ਦੀ ਇੱਜ਼ਤ ਲੁੱਟੀ ਜਾ ਰਹੀ ਹੋਵੇ, ਅਸੀਂ ਕਹੀਏ ਕਾਨੂੰਨ ਹੱਥ 'ਚ ਨਹੀਂ ਲੈਣਾ। ਪਿਓ ਦੀ ਪੱਗ ਲਾਈ ਜਾ ਰਹੀ ਹੋਵੇ, ਅਸੀਂ ਕਹੀਏ ਅਸੀਂ ਕਾਨੂੰਨ ਹੱਥ 'ਚ ਨਹੀਂ ਲੈਣਾ। ਮੇਰੇ ਸਵਾਸਾਂ ਤੋਂ ਪਿਆਰੇ ਗੁਰੂ ਦੀ ਬੇਅਦਬੀ ਹੋ ਰਹੀ ਹੋਵੇ ਤੇ ਮੈਂ ਉੱਥੇ ਆਪਣੇ ਕਹਾਂ ਵੀ ਮੈਂ ਕਾਨੂੰਨ ਹੱਥ 'ਚ ਨਹੀਂ ਲੈਣਾ। ਵੇਖੋ ਕਈ ਥਾਵਾਂ ਨੇ ਜਿੱਥੇ ਕਾਨੂੰਨ ਹੱਥ 'ਚ ਨਹੀਂ ਲੈਣਾ, ਪਰ ਕੋਈ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਕਾਨੂੰਨ ਨੂੰ ਹੱਥ 'ਚ ਲੈਣਾ ਪੈਂਦਾ। ਤੇ ਸਿੰਘ ਸਾਹਿਬ ਤਖਤ ਬਹਿ ਤਖਤੇ ਕੇ ਲਾਈ ਗਏ, ਤੇ ਮੈਂ ਮੰਨਦਾ ਵੀ ਇਹ ਤਖਤ ਦੇ ਲਾਇਕ ਹੀ ਨਹੀਂ ਗਏ। ਇਹ ਹਿਸਟਰੀ ਰਿਪੀਟ ਕੀਤੀ ਜਾਣੀ ਚਾਹੀਦੀ ਸੀ। ਦਰਬਾਰ ਸਾਹਿਬ ਮੱਸੇ ਰੰਗੜੇ ਨੇ ਹੁੱਕਾ ਪੀਤਾ ਸੀ, ਕਿਵੇਂ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਗਾਟਾ ਲਾ ਕੇ ਰਾਜਸਥਾਨ ਬੁੱਢਾ ਜੋੜ ਕਿਵੇਂ ਖਿੱਦੋ ਖੁੰਡੀ ਦੇ ਨਾਲ ਉਹਦੇ ਸਿਰ ਦੇ ਨਾਲ ਖੇਡੇ ਸੀ। ਕਿਤੇ ਉਹੀ ਇਤਿਹਾਸ ਵਿੱਚ ਦੁਬਾਰਾ ਰਿਪੀਟ ਕੀਤਾ ਜਾਂਦਾ, ਗਾਟਾ ਲਾ ਦਿੱਤਾ ਜਾਂਦਾ, ਫਿਰ ਕਿਹੜੀ ਗੱਲ ਏ? ਇੱਕ ਸਿੰਘ ਨੂੰ ਸਜ਼ਾ ਹੀ ਹੋ ਜਾਂਦੀ। ਸਿੰਘ ਸਾਹਿਬ ਹੁਣ ਵੇਖੋ, ਹੁਣ ਇਹੋ ਜਿਹੀਆਂ ਬੋਝਦਿਲ ਵਾਲੀਆਂ ਗੱਲਾਂ ਕਰਨਗੇ। ਬੀਬੀ ਜਗੀਰ ਕੌਰ ਕਰ ਰਹੀ ਏ, ਸਾਡੇ ਧਰਮ ਦੇ ਠੇਕੇਦਾਰ ਜੇ ਢੈਂਦੀ ਕਲਾ ਵਾਲੀਆਂ ਗੱਲਾਂ ਕਰਨਗੇ। ਇਹ ਕਹਿੰਦੇ ਨੇ ਅਸੀਂ ਬੈਠੇ ਅਕਾਲੀ ਫੂਲਾ ਸਿੰਘ ਵਾਲੀ ਸੀਟ ਤੇ, ਗੱਲ ਅਕਾਲੀ ਫੂਲਾ ਸਿੰਘ ਦੀ ਕਰਦੇ ਨੇ। ਜ਼ਰੂਰਤ ਇਹਨਾਂ ਦੇ ਕੋਲ ਅਕਾਲੀ ਫੂਲਾ ਸਿੰਘ ਵਾਲੀ ਹੈ ਹੀ ਨਹੀਂ। ਫਿਰ ਫੜੇ ਜਾਂਦੇ ਨੇ, ਮੈਂਟਲੀ ਅਪਸੈਟ ਹੋ ਜਾਂਦੇ ਨੇ। ਕਦੀ ਉਹ ਆਪਣੇ ਮਾਂ-ਬਾਪ ਦੇ ਗੱਲ ਪਏ ਸੁਣੇ ਨਾ, ਉਹਨਾਂ ਦੀ ਹਿਸਟਰੀ ਪੜ੍ਹੀਏ ਵੀ ਉਹਨਾਂ ਨੇ ਕਦੀ ਕਿਸੇ ਹੋਰ ਦੇ ਗੱਲ ਪਏ ਹੋਣ, ਕਿਤੇ ਹੋਰ ਮੰਦਿਰਾਂ ਦੇ ਵਿੱਚ ਗੀਤਾ ਦਾ ਅਪਮਾਨ ਕੀਤਾ ਹੋਵੇ, ਮਸਜਿਦ ਦੇ ਵਿੱਚ ਜਾ ਕੇ ਕੁਰਾਨ ਦਾ ਅਪਮਾਨ ਕੀਤਾ ਹੋਵੇ, ਉੱਥੇ ਉਹ ਸਿਆਣੇ ਬਣ ਜਾਂਦੇ ਨੇ। ਗੁਰਦੁਆਰੇ ਆ ਕੇ ਇਹਨਾਂ ਨੂੰ ਗੁਰੂ ਪਾਤਸ਼ਾਹ ਦੇ ਅੰਗ ਹੀ ਦੇਖਦੇ ਨੇ। ਉਹ ਵੀ ਪਾੜਨ ਤੋਂ ਬਾਅਦ ਮੈਂਟਲੀ ਅਪਸੈਟ ਹੁੰਦੇ ਨੇ। ਇਹਦੇ ਪਿੱਛੇ ਸਰਕਾਰਾਂ ਦਾ ਬੜਾ ਵੱਡਾ ਹੱਥ ਹੈ। ਤਖਤਾਂ ਦਾ ਸਿਆਸੀਕਰਨ ਹੋ ਰਿਹਾ। ਆਪਾਂ ਨੂੰ ਪਤਾ ਹੈ ਪਹਿਲਾਂ ਵੀ ਜਿਹੜਾ ਬਾਣਾ ਸੀ, ਵੇਖੋ ਅਟੈਕ ਅੱਜ ਨਹੀਂ, ਕਿਤੇ ਤਖਤਾਂ ਤੇ ਅਟੈਕ ਹੁੰਦਾ ਹੈ, ਕਿਤੇ ਸਾਡੀ ਬਾਣੀ ਤੇ ਅਟੈਕ ਹੁੰਦਾ ਹੈ, ਕਿਤੇ ਸਾਡੇ ਇਤਿਹਾਸ ਤੇ ਅਟੈਕ ਹੁੰਦਾ ਹੈ, ਕਿਤੇ ਅਰਦਾਸ ਤੇ ਅਟੈਕ ਹੁੰਦਾ ਹੈ। ਪਿੱਛੇ ਜੇ ਨਕੋਦਰ ਗੁਰੂ ਸਾਹਿਬ ਦੀ ਸ਼ਖਸੀਅਤ ਤੇ ਅਟੈਕ ਹੋਇਆ। ਇਦੋਂ ਪਹਿਲਾਂ ਵੀ ਸਰਸੇ ਸਾਧ ਨੂੰ ਜਿਹੜੀ ਆਪਣਾ ਗੁਰਮੁਖ ਸਿੰਘ ਸਾਹਿਬ ਨੇ ਕਿਹਾ ਸੀ, ਬਾਦਲ ਨੇ ਪੋਸ਼ਾਕ ਭੇਜੀ, ਸ਼ਸ਼ੀਕਾਂਤ ਨੇ ਖੁਲਾਸਾ ਕੀਤਾ, ਚੰਦੂ ਮਾਜਰਾ ਦੀਆਂ ਵੀਡੀਓ ਨੇ ਵੀ ਉਹ ਆਪਣਾ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਹ ਬਾਣਾ ਭੇਜਿਆ ਗਿਆ। ਉਦੋਂ ਵੀ ਬਾਣੇ ਦਾ ਅਪਮਾਨ ਹੋਇਆ। ਤੇ ਅੱਜ ਤਖਤ ਉੱਥੇ ਆਪਣਾ ਹਜੂਰ ਸਾਹਿਬ, ਅੱਜ ਉੱਥੇ ਵੀ ਬਾਣੇ ਦਾ ਅਪਮਾਨ ਕੀਤਾ ਗਿਆ। ਇੱਕ ਇਹੋ ਜਿਹੇ ਬੰਦੇ ਨੂੰ ਬਾਣਾ, ਮੈਂ ਤਾਂ ਕਹਿੰਦਾ ਵੀ ਇਹੋ ਜਿਹੇ ਬੰਦੇ ਨੂੰ ਗੁਰਦੁਆਰੇ ਸਰੋਪਾ ਨਹੀਂ ਦੇਣਾ ਚਾਹੀਦਾ। ਜੀ ਜੀ ਸਾਧੂ ਭੁਪਿੰਦਰ ਜੀ, ਮੈਂ ਤੁਹਾਡੇ ਕੋਲੇ ਆਉਣੀ ਆ। ਇੱਕ ਜਿੱਦਾਂ ਭਾਈ ਸਾਹਿਬ ਜੀ ਨੇ ਕਿਹਾ ਕਿ ਅੱਜ ਬਾਣੇ ਦੀ ਜਿਹੜੀ ਆ ਉਹ ਬੇਅਦਬੀ ਕੀਤੀ ਗਈ ਆ। ਬਾਣੇ ਨੂੰ ਲੈ ਕੇ ਇੱਕ ਮੇਰੇ ਮਨ ਦੇ ਵਿੱਚ ਸਵਾਲ ਜਿਹੜਾ ਖੜਾ ਹੋਇਆ, ਮੈਂ ਉਹ ਜ਼ਰੂਰ ਤੁਹਾਡੇ ਕੋਲੋਂ ਪੁੱਛਣਾ ਚਾਹੂੰਗੀ ਕਿ ਜੇ ਅੱਜ ਅਸੀਂ ਅਮਿਤ ਸ਼ਾਹ ਨੂੰ ਜਿਹੜਾ ਇਸ ਬਾਣੇ ਦੇ ਨਾਲ ਇਹਨਾਂ ਨੇ ਨਿਵਾਜਿਆ ਹੈ, ਭਾਵ ਨਿਵਾਜਿਆ ਸ਼ਬਦ ਨਹੀਂ ਵਰਤੂੰਗੀ, ਭਾਵ ਕਿ ਉਸ ਨੂੰ ਪਹਿਨਾਇਆ ਹੈ, ਤਾਂ ਇਸ ਤਰ੍ਹਾਂ ਤਾਂ ਇੱਕ ਆਮ ਇਨਸਾਨ ਨੂੰ ਵੀ ਅਸੀਂ ਬਾਣਾ ਜਿਹੜਾ ਉਹ ਦੇ ਸਕਦੇ ਹਾਂ। ਲੇਕਿਨ ਅਸੀਂ ਆਮ ਇਨਸਾਨ ਨੂੰ ਦੇਣ ਤੋਂ ਜਿਹੜਾ ਉਹ ਪਰਹੇਜ਼ ਕਰਦੇ ਹਾਂ। ਤੇ ਲੇਕਿਨ ਇਸ ਤਰ੍ਹਾਂ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਕੇਸ ਤੱਕ ਨਹੀਂ, ਮੂੰਹ ਤੇ ਦਾੜਾ ਤੱਕ ਨਹੀਂ, ਅਸੀਂ ਉਹਨਾਂ ਨੂੰ ਇਹ ਪਹਿਨਾ ਰਹੇ ਹਾਂ। ਇਹ ਕਿੱਥੋਂ ਤੱਕ ਵਾਜਿਬ ਹੈ ਜੀ? ਬਿਲਕੁਲ ਤੁਸੀਂ ਸਹੀ ਦਰੁਸਤ ਗੱਲ ਕਹੀ ਹੈ। ਅੱਜ ਜਿਹੜਾ ਮਹਾਰਾਜ ਦਾ ਬਖਸ਼ਿਆ ਸਰੂਪਾ ਹੈ, ਅਸੀਂ ਉਹਨੂੰ ਵੀ ਰੋਲ ਦਿੱਤਾ, ਹਰ ਐਣੇ ਗਹਿਣੇ ਨੂੰ ਦੇਣੇ ਆ, ਜਦਕਿ ਇਹ ਕਿਸੇ ਦੀ ਕਮਾਈ ਦਾ, ਕਿਸੇ ਦੀ ਕੀਤੀ ਕੋਈ ਕਾਲਨਾ ਦਾ, ਕਿਸੇ ਪੰਥ ਦੇ ਲਈ ਕੋਈ ਕੀਤੇ ਸ਼ਹਾਦਤ ਦੇ ਲਈ ਇਹ ਸਰੂਪਾ ਦਿੱਤਾ ਜਾਂਦਾ। ਔਰ ਦਸਤਾਰ ਗੁਰੂ ਸਾਹਿਬ ਦੀ ਹੈ, ਠੀਕ ਹੈ, ਪਗੜੀ ਜਿਹੜੀ ਹੈ ਲਾਲੇ ਹਿੰਦੂ ਵੀ ਬੰਦੇ ਨੇ, ਮੁਸਲਮਾਨਾਂ ਦੇ ਵੀ ਸਿਰ ਤੇ ਬੰਨੀਆਂ ਜਾਂਦੀਆਂ ਨੇ, ਲੇਕਿਨ ਅਗਰ ਤਖਤ ਸਾਹਿਬ ਤੇ ਦਿੱਤੀ ਗਈ ਜਿਹੜੀ ਦਸਤਾਰ ਹੈ, ਉਹ ਦਸਤਾਰ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਇੱਕ ਸਿੱਖ ਨੂੰ ਬਹੁਤ ਵੱਡਾ ਇੱਕ, ਜਿੱਥੇ ਅਸੀਂ ਪੰਜਾਂ ਕਕਾਰਾਂ ਦੀ ਸੇਵਾ
ਸੰਭਾਲ ਦੀ ਗੱਲ ਕਰਦੇ ਹਾਂ ਸਾਡੇ ਲਈ ਅਹਿਮੀਅਤ ਹੈ, ਉਨੀ ਹੀ ਸਾਡੀ ਦਸਤਾਰ ਦੀ ਅਹਿਮੀਅਤ ਹੈ। ਸਾਨੂੰ ਇਹ ਦਸਤਾਰ ਉਹਨੂੰ ਇਸ ਤਰ੍ਹਾਂ ਨਹੀਂ ਪਹਿਨਾਣੀ ਚਾਹੀਦੀ ਸੀਗੀ। ਇਹ ਇੱਕ ਮੈਂ ਸਮਝਦਾ ਬੜਾ ਵੱਡਾ ਜਿਹੜਾ ਗਲਤ ਕਾਰਾ ਇਸ ਵਾਰੀ ਹੋਇਆ ਹੈ। ਔਰ ਜਿੱਥੇ ਜੀ ਕਿ ਸ਼੍ਰੀ ਸਾਹਿਬ ਦੇਣ ਦੀ ਵੀ ਗੱਲ ਹੈਗੀ ਹੈ, ਸ਼੍ਰੀ ਸਾਹਿਬ ਅਗਰ ਪੁਰਾਣੇ ਇਤਿਹਾਸ ਵਿੱਚ ਤੁਸੀਂ ਦੇਖੋ ਤਾਂ ਅਸੀਂ ਉਹਨੂੰ ਦਿੰਦੇ ਸੀ ਜਿਹਦੇ ਜਿਹਦੀ ਕਿਸੇ ਨੇ ਹੁਕਮ ਮੰਨਣਾ ਹੈ। ਅਸੀਂ ਜਿਹਦੀ ਹੁਕਮ ਅਦੂਲੀ ਨੂੰ ਕਬੂਲ ਕਰਦੇ ਆ ਉਹਨੂੰ ਸ਼੍ਰੀ ਸਾਹਿਬ ਦਿੰਦੇ ਹਾਂ। ਅਸੀਂ ਅੱਜ ਉਹ ਸ਼੍ਰੀ ਸਾਹਿਬ ਨੂੰ ਤਾਂ ਖਿਡੌਣਾ ਬਣਾ ਕੇ ਰੱਖਤਾ, ਹਰ ਐਰੇ ਗਿਣੇ ਜਿਨੇ ਨੂੰ ਬਿਲਕੁਲ ਵੰਡਣ ਲੱਗ ਜਾਂਦੇ। ਮੈਂ ਅੱਜ ਜੀ ਤੁਹਾਨੂੰ ਜੀ ਇੱਕ ਥੋੜਾ ਜਿਹਾ, ਅੱਜ ਹੁਣ 400 ਸਾਲਾ ਸਾਡੇ ਸਾਹਮਣੇ ਬੰਦੀ ਛੋੜ ਦਿਵਸ ਆਇਆ ਖਲੋਤਾ, ਜੋ ਅਸੀਂ ਗਵਾਲੀਅਰ ਦੇ ਕਿਲੇ ਹੀ ਮਨਾਉਣਾ ਹੈ। ਤੁਸੀਂ ਉਸ ਇਤਿਹਾਸ ਵੱਲ ਦੇਖੋ, ਮਹਾਰਾਜ ਨੇ ਉੱਥੋਂ ਦੀ 52 ਹਿੰਦੂ ਰਾਜੇ ਛਡਾਏ। ਮਹਾਰਾਜ ਨੂੰ ਉੱਥੋਂ ਦੀ ਜਦੋਂ ਛੱਡਣ ਦੀ ਗੱਲ ਹੋਈ ਤੇ ਮਹਾਰਾਜ ਨੇ ਉੱਥੋਂ ਹਿੰਦੂ ਰਾਜੇ ਛਡਾਏ। ਔਰ ਇੱਕ ਭਾਵੇਂ ਉਹ ਸਿਆਸੀ ਕਰਕੇ ਅੰਦਰ ਸਨ, ਜਿਸ ਤਰ੍ਹਾਂ ਵੀ ਸਨ, ਮਹਾਰਾਜ ਨੇ ਇੱਕ ਆਵਾਜ਼ ਚੁੱਕੀ ਵੀ ਇਹ ਸਾਰੇ ਬੇਗੁਨਾਹਾਂ ਨੂੰ ਜਿਹੜਾ ਅਸੀਂ ਬਾਹਰ ਲੈ ਕੇ, ਅਸੀਂ ਤਾਂ ਬਾਹਰ ਜਾਵਾਂਗੇ ਜੇ ਇਹ ਬੇਗੁਨਾਹ ਸਾਰੇ ਬਾਹਰ ਜਾਣਗੇ। ਤੇ ਉਹ ਮਜਬੂਰ ਹੋ ਜੀ ਕੇ ਉਹਨਾਂ ਨੂੰ 52 ਰਾਜਿਆਂ ਤੱਕ ਨੂੰ ਛੱਡਣਾ ਪਿਆ। ਅੱਜ ਮੈਂ ਸਮਝਦਾ ਵਾਂ ਜਿਸ ਤਰ੍ਹਾਂ ਸਿੰਘ ਸਾਹਿਬ, ਇਹ ਭਾਈ ਸਾਹਿਬ ਮੇਰੇ ਨਾਲ ਕਹਿ ਰਹੇ ਨੇ ਬੜੇ ਰੋਸ਼ ਦੇ ਵਿੱਚ, ਗੁੱਸੇ 'ਚ, ਮੈਂ ਇਹਨਾਂ ਦੀ ਭਾਵਨਾ ਬੜੀ ਕਦਰ ਕਰਦਾ ਔਰ ਬਹੁਤ ਸਮਝਦਾ ਇਹਨਾਂ ਦੀ ਗੁੱਸੇ ਨੂੰ, ਕਿ ਵੀ ਠੀਕ ਹੈ ਅੱਜ ਇੱਕ ਸਿੰਘ ਸਾਹਿਬ ਨੂੰ ਵੀ ਇਸ ਤਰ੍ਹਾਂ ਦਾ ਜਹੋ ਜਲਾਲ ਵਾਲਾ ਹੋਣਾ ਚਾਹੀਦਾ ਵੀ ਤੁਸੀਂ ਕੌਮ ਦੇ ਜਥੇਦਾਰ ਕਹਿਣ ਨੂੰ ਹੈਗੇ ਹੋ ਤੇ ਤੁਹਾਡੇ ਵਿੱਚ ਇੰਨੀ ਜੁਰਤ ਨਹੀਂ ਹੈ, ਤੁਸੀਂ ਕਿਸੇ ਕਾਨੂੰਨੀ ਦਾਅ ਪੇਚ ਤੋਂ ਡਰਦੇ ਪਏ ਔਰ ਕਹਿੰਦੇ ਮੈਂ ਕਾਨੂੰਨ ਨੂੰ ਹੱਥ ਨਹੀਂ ਲਾਣਾ। ਔਰ ਦੂਜੇ ਪਾਸੇ ਜਦੋਂ ਇਹਨਾਂ ਦਾ ਵਸ ਚੱਲਦਾ ਤੇ ਇਹ ਕਿਸੇ ਨੂੰ ਵੀ ਪੰਥ ਤੋਂ ਛੇਕਣ ਨੂੰ, ਤਨਖਾਹੀਆ ਕਰਨ ਤੋਂ ਗੁਰੇਜ਼ ਨਹੀਂ ਕਰਦੇ, ਕਿਉਂਕਿ ਇਹਨਾਂ ਨੂੰ ਇਹ ਸਮਝ ਜੀ ਨਹੀਂ ਆਉਂਦਾ ਵੀ ਉਹਦੀ ਕੀ ਪਰੰਪਰਾਵਾਂ ਨੇ, ਕੀ ਮਰਿਆਦਾ, ਉਹਦਾ ਕੀ ਸਿਸਟਮ ਹੈਗਾ। ਔਰ ਅੱਜ ਜਦੋਂ ਕੋਈ ਇਹੋ ਜਿਹਾ ਕਾਰਾ ਹੋਣ ਲੱਗਦਾ ਤੇ ਹੁਣ ਇਹਨਾਂ ਨੇ ਹਵਾਲਾ ਦੇ ਕੇ ਤੇ ਆਪਣਾ ਪਿੱਛਾ ਛੁਡਾ ਲਿਆ ਵੀ ਭਾਵੇਂ ਉਹਨੂੰ ਮਾਨਸਿਕਤਾ ਤੌਰ ਤੇ ਕਹਿਤਾ ਔਰ ਦੂਜੇ ਪਾਸੇ ਕਹਿਤਾ ਕਿ ਵੀ ਮੈਂ ਸਰਕਾਰੀ ਜਿਹੜਾ ਇਹ ਉਸ ਤੰਤਰ ਦੇ ਵਿੱਚ ਵੀ ਆਪਣੇ ਸਿਰ ਤੇ ਇੱਕ ਮੁਕਦਮਾ ਨਾ ਬਣਵਾ ਲਵਾਂ। ਮੈਂ ਸਮਝਦਾ ਸਾਨੂੰ ਕੌਮ ਦੇ ਜਥੇਦਾਰਾਂ ਨੂੰ ਇਹੋ ਜਿਹਾ ਜੁਰਤ ਵਾਲਾ ਹੋਣਾ ਚਾਹੀਦਾ ਵੀ ਭਾਵੇਂ ਕਿਸੇ ਵੀ ਸਿਆਸਤ ਦਾ ਹੋਵੇ ਉਹਨੂੰ ਕਹਿਣਾ ਸੀਗਾ ਵੀ ਜਿਵੇਂ ਅੱਜ ਮੈਂ ਤੁਹਾਨੂੰ 400 ਸਾਲਾਂ ਦੀ ਗੱਲ ਕਹਿ ਚੁੱਕਾ ਵਾਂ, ਇਸੇ ਤਰ੍ਹਾਂ ਤੌਰ ਦੇ ਉੱਤੇ ਪਿਛਲੇ ਹੋਲੇ ਮਹੱਲੇ ਤੇ ਹੁਣੇ ਜਿਹੜਾ ਅਸੀਂ ਹੋਲਾ ਮਨਾ ਹਟੇ ਆ ਹਜੂਰ ਸਾਹਿਬ ਦੇ ਵਿੱਚ ਨਗਰ ਕੀਰਤਨ ਕੱਢਣ ਦਾ ਇੱਕ ਬਹੁਤ ਹੀ ਪੁਰਾਤਨ ਜਿਹੜਾ ਇੱਕ ਪਰੰਪਰਾ ਰਿਵਾਜ ਹੈਗਾ ਔਰ ਉਹਦੇ ਵਿੱਚ ਹੱਲਾ ਬੋਲਦੇ ਆ, ਉਹਦੀ ਦੱਸਦੇ ਆ ਵੀ ਕਿਵੇਂ ਖਾਲਸਾਈ ਜੋ ਜਲਾਲ ਦੇ ਨਾਲ ਜਿਹੜਾ ਗੱਜ ਦਾ ਮੈਦਾਨ ਦੇ ਵਿੱਚ। ਔਰ ਕੀ ਜਿਹੜਾ ਹੈ ਕਿ ਉੱਥੋਂ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਿਆ ਗਿਆ ਬਹਾਨੇ ਨਾਲ, ਭਾਵੇਂ ਉਹ ਕਰੋਨਾ ਦੀ ਗੱਲ ਕੀਤੀ ਭਾਵੇਂ ਕਿਸੇ ਦੀ, ਔਰ ਉਹਨਾਂ ਨੇ ਨਹੀਂ ਮੰਨਿਆ। ਔਰ ਉਹਨਾਂ ਨੇ ਉਹ ਦੇਖੋ ਸਿੱਖਾਂ ਨੇ ਜਦੋਂ ਕੱਢੇ ਉਹਦੇ ਵਿੱਚ ਇੱਕ ਘਟਨਾ ਵੀ ਵਾਪਰੀ ਜਿਸ ਤੋਂ ਬਾਅਦ ਉੱਥੇ ਜਿਹੜਾ ਇੱਕ ਮੰਦਭਾਗੀ ਘਟਨਾ ਸੀ। ਮੈਂ ਸਮਝਦਾ ਉਹ ਪ੍ਰਸ਼ਾਸਨ ਦੀ ਹੀ ਗਲਤੀ ਹੈ, ਲੇਕਿਨ ਪ੍ਰਸ਼ਾਸਨ ਨੇ ਉਹਦਾ ਗੁੱਸਾ ਸਾਰਾ ਸਿੱਖ ਨੌਜਵਾਨਾਂ ਤੇ ਕੱਢਿਆ, ਕਈਆਂ ਤੇ ਮੁਕੱਦਮੇ ਦਰਜ ਕਰ ਦਿੱਤੇ, ਕਈਆਂ ਨੂੰ ਜੇਲ੍ਹਾਂ 'ਚ ਧੱਕ ਦਿੱਤਾ ਔਰ ਕਈ ਅੱਜ ਵੀ ਜਿਹੜੇ ਹੈ ਨੰਦੇੜ ਦੀ ਧਰਤੀ ਤੋਂ ਦੂਜੀਆਂ ਧਰਤੀਆਂ ਛੁਪੇ ਬੈਠਦੇ ਨੇ। ਜੇ ਅਗਰ ਉੱਥੇ ਇਹ ਅਮਿਤ ਸ਼ਾਹ ਆਇਆ ਸੀਗਾ ਤੇ ਇਹਨੂੰ ਸਤਿਕਾਰ ਦੇਣਾ ਤੇ ਉਹਨਾਂ ਨੂੰ ਯਾਦ ਰਿਹਾ। ਇਹਨਾਂ ਨੂੰ ਪੁੱਛੀਏ ਜਿਹੜੇ ਪ੍ਰਬੰਧਕਾਂ ਨੂੰ, ਕਿਉਂਕਿ ਮੈਨੂੰ ਸਿੰਘ ਸਾਹਿਬ ਤੇ ਉੱਥੇ ਨਜ਼ਰ ਨਹੀਂ ਆਇਆ ਵੀ 50 ਪਿਆਰਿਆਂ ਵਿੱਚੋਂ ਕਿਸੇ ਨੇ ਸਤਿਕਾਰ ਕੀਤਾ ਹੋਏ, ਲੇਕਿਨ ਪ੍ਰਬੰਧਕਾਂ ਨੇ ਕੀਤਾ। ਹੋ ਸਕਦਾ ਇਹ ਮਨਾਸ ਦੇ ਕਹਿਣ ਤੇ, ਕਿਉਂਕਿ ਮਨਾਸ ਇਸ ਟਾਈਮ ਪ੍ਰਧਾਨ ਹੈ, ਸਰਕਾਰੀ ਪ੍ਰਧਾਨ ਬੈਠਾ ਤੇ ਉਹਨੇ ਇਹ ਗੱਲ ਕੀਤੀ ਹੋਵੇ ਕਿ ਇਹਨਾਂ ਦੀ ਇੰਨੀ ਜ਼ਰੂਰਤ ਹੋਈ ਹੈ ਕਿ ਵੀ ਉਹਨਾਂ ਜਿਹੜੇ ਸਿੱਖ ਨੌਜਵਾਨ ਜਿਹੜੇ ਜੇਲ੍ਹਾਂ ਵਿੱਚ ਨੇ ਜਾਂ ਜਿਹੜੇ ਘਰੋਂ ਭੱਜਦੇ ਪਏ ਨੇ, ਜਿਹੜੇ ਮੁਕੱਦਮੇ ਝੂਠੇ ਪਾਏ ਗਏ ਨੇ, ਉਹਨਾਂ ਬਾਰੇ ਕਿਸੇ ਨੇ ਗੱਲ ਕੀਤੀ ਹੈ? ਤੁਸੀਂ ਇਹਨੂੰ ਸਤਿਕਾਰ ਦੇਣ ਤੋਂ ਪਹਿਲਾਂ ਇਹ ਪੁੱਛਦੇ, ਇਹ ਗੱਲ ਕਰਦੇ ਕਿ ਭਾਈ ਸਾਡੇ ਸਿੱਖ ਨੌਜਵਾਨ ਜਿਹੜੇ ਨੇ ਰੁਲਦੇ ਆ, ਤਾਂ ਤੂੰ ਇੱਥੇ ਕਰਨ ਕੀ ਆਇਆ ਵੇਂ, ਤੂੰ ਇੱਥੇ ਲੈਣ ਕੀ ਆਇਆ ਵੇਂ? ਔਰ ਇੰਨੀ ਜ਼ਰੂਰਤ ਰੱਖਣ ਵਾਲੇ ਹੁੰਦੇ ਔਰ ਤਾਂ ਮੈਂ ਮੰਨਦਾ ਕਿ ਵੀ ਹਾਂ ਉਹ ਆਇਆ ਤੇ ਉਹਨੂੰ ਵੀ ਪਤਾ ਲੱਗ ਗਿਆ ਵੀ ਹਾਂ ਕਿਹੜੀ ਧਰਤੀ ਤੇ ਆਏ ਆ, ਕਿਹੜੇ ਜੁਝਾਰੂ ਸਿੰਘਾਂ ਦੀ ਧਰਤੀ ਤੇ ਆਏ ਆਂ। ਲੇਕਿਨ ਮੈਨੂੰ ਉਮੀਦ ਨਹੀਂ ਕਿ ਕਿਸੇ ਨੇ ਇਹ ਗੱਲ ਪੁੱਛੀ ਹੋਵੇ। ਔਰ ਅੱਜ ਉਹ ਜਿਹੜੇ ਉਹ ਸਾਡੇ ਸਿੱਖ ਜਿਹੜੇ ਬੱਚੇ ਨੌਜਵਾਨ ਰੁਲਦੇ ਨੇ ਔਰ ਦੂਜੇ ਪਾਸੇ ਕਿਸਾਨ ਜਿਹੜਾ ਸਾਡਾ ਪੰਜਾਬੀਅਤ ਸਿੱਖ ਭਾਈਚਾਰਾ ਜਿਹੜਾ ਪੰਜਾਬ ਕਿਸਾਨ ਅੱਜ ਸੜਕ ਤੇ ਬੈਠਾ ਮੁਜ਼ਾਹਰੇ ਕਰ ਰਿਹਾ, ਕਿਸੇ ਨੇ ਉਹਦੇ ਬਾਰੇ ਪੁੱਛਿਆ? ਹਰ ਬੰਦੇ ਨੂੰ ਆਪਣੀ ਸਿਰਫ ਇੱਕ ਦੂਜੇ ਨੂੰ ਸਨਮਾਨ ਦੇ ਕੇ ਤੇ ਇੱਕ ਨੇੜਤਾ ਦਿਖਾਉਣ ਦੀ ਗੱਲ ਜਾਂ ਚਮਚਾਗਿਰੀ ਤੱਕ ਹੀ ਸੀਮਤ ਰਹਿ ਗਏ ਆ। ਸਿੱਖ ਕੌਮ ਤੇ ਬਹਾਦਰਾਂ ਦੀ ਕੌਮ ਹੈ, ਜਰਨੈਲਾਂ ਦੀ ਕੌਮ ਹੈ, ਸਗੋਂ ਸਿੱਖਾਂ ਦੇ ਮਗਰ ਇਹ ਦੁਨੀਆ ਚੱਲਦੀ ਹੈ। ਅੱਜ ਅਸੀਂ ਇਹਨਾਂ ਦੇ ਮਗਰ ਤੁਰ ਪਏ ਆ, ਇਹ ਤੇ ਉਲਟਾ ਹੀ ਕੰਮ ਹੋ ਗਿਆ। ਭਾਈ ਹਰਪਾਲ ਸਿੰਘ ਜੀ, ਮੈਨੂੰ ਇੱਕ ਸਵਾਲ ਹੋਰ ਜਿਹੜਾ ਮੇਰੇ ਮਾਈਂਡ ਦੇ ਵਿੱਚ ਆ ਰਿਹਾ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗੀ। ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਵਿਚਾਰਾਂ ਦੇ ਵਿੱਚ ਦੱਸਿਆ ਕਿ ਨੌਜਵਾਨਾਂ ਦੇ ਉੱਤੇ ਜਿਹੜੇ ਨੇ ਉਹ ਕੇਸ ਪਾ ਦਿੱਤੇ ਜਾਂਦੇ ਨੇ, ਨੌਜਵਾਨ ਜਿਹੜੇ ਆਪਣੇ ਘਰਾਂ ਤੋਂ ਭੱਜਦੇ ਫਿਰਦੇ ਨੇ। ਇਸ ਤੋਂ ਇਲਾਵਾ ਭਾਈ ਸਾਹਿਬ ਜੀ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਕਿਉਂ ਸਰਕਾਰਾਂ ਸਾਡੇ ਨੌਜਵਾਨੀ ਤੇ ਹੀ ਜਿਹੜਾ ਅਟੈਕ ਕਿਉਂ ਕਰਦੀਆਂ ਨੇ? ਕਿ ਉਹ ਕਿਸੇ ਗੱਲੋਂ ਡਰਦੀਆਂ ਨੇ ਕਿ ਜੇ ਨੌਜਵਾਨੀ ਜਿਹੜੀ ਆ ਉਹ ਅੱਗੇ ਜਾ ਕੇ ਜੋ ਇਹ ਕਾਰਨਾਮੇ ਕਰ ਰਹੀ ਹੈ ਉਹਨਾਂ ਦੇ ਉੱਤੇ ਜਿਹੜੇ ਉਹ ਸਵਾਲ ਚੁੱਕ ਸਕਦੇ ਨੇ? ਕਿਉਂਕਿ ਅੱਜ ਅਸੀਂ ਤਾਂ ਇਹਨਾਂ ਦੇ ਉੱਤੇ ਸਵਾਲ ਸਾਡੇ ਖੁਦ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹ ਨਹੀਂ ਚੁੱਕ ਰਹੇ। ਭੈਣ ਜੀ ਇਹ ਕੌਮ ਆ, ਮਾਰਸ਼ਲ ਕੌਮ ਆ ਜੀ। ਇਹ ਹੱਕ ਸੱਚ ਦੀ ਗੱਲ ਕਰਦੀ ਹੈ, ਧੱਕਾ ਕਿਸੇ ਦਾ ਸਹਿੰਦੀ ਨਾ ਧੱਕਾ ਕਰਦੀ ਹੈ। ਜੇ ਕਿਸੇ ਨਾਲ ਧੱਕਾ ਹੋ ਰਿਹਾ ਉੱਥੇ ਖੜਦੀ ਹੈ।
ਇਹ ਹੱਕਾਂ ਦੀ ਗੱਲ ਕਰਦੀ ਹੈ। ਵੇਖੋ ਗੁਰੂ ਨਾਨਕ ਦੇ ਘਰ ਦੀ ਲੜਾਈ ਕਿਸੇ ਨਾਲ ਨਹੀਂ ਗਈ। ਆਮ ਦੁਨੀਆ ਦੀਆਂ ਜੰਗਾਂ ਤੁਸੀਂ ਵੇਖੋਗੇ ਜਰ ਜੋਰੂ ਤੇ ਜ਼ਮੀਨ ਕਰਕੇ ਹੋਈਆਂ, ਪਰ ਗੁਰੂ ਨਾਨਕ ਦੇ ਘਰ ਦੀ ਲੜਾਈ ਬਾਬਰ ਦੇ ਨਾਲ ਕੋਈ ਜ਼ਮੀਨ ਦੀ ਨਹੀਂ ਸੀ, ਜਰ ਦੀ ਨਹੀਂ ਸੀ, ਜੋਰੂ ਦੀ ਨਹੀਂ ਸੀ। ਪਰ ਗੁਰੂ ਨਾਨਕ ਦੇ ਘਰੋਂ ਆਵਾਜ਼ ਜਿਹੜੀ ਨਿਕਲਦੀ ਸੀ ਨਾ, ਬਾਬਰ ਤੂੰ ਜਾਬਰ ਏ, ਪਾਪ ਕੀ ਜੰਜ ਲੈ ਕਾਬਲ ਨੂੰ ਧਾਇਆ। ਇਹ ਜਿਹੜੀਆਂ ਗੱਲਾਂ ਉਹ ਹਾਕਮਾਂ ਨੂੰ, ਮੌਜੂਦਾ ਹਾਕਮ ਜਿਹੜੇ ਨੇ, ਹਾਕਮ ਸਰਕਾਰਾਂ ਨੂੰ ਇਹ ਚੰਗੀਆਂ ਨਹੀਂ ਲੱਗਦੀਆਂ। ਤੇ ਗੁਰੂ ਅੰਗਦ ਪਾਤਸ਼ਾਹ ਵੇਲੇ ਹਮਾਯੂੰ ਪਾਤਸ਼ਾਹ ਨੇ ਕਿਹਾ ਵੀ ਜਿੱਥੇ ਕਿਰਪਾਨ ਕੱਢਣੀ ਸੀ ਉੱਥੇ ਤੇਰੇ ਕੋਲ ਨਿਕਲੀ ਨਹੀਂ। ਤੇ ਤੀਸਰੇ ਪਾਤਸ਼ਾਹ ਵੇਲੇ ਵੀ ਜਦੋਂ ਅਕਬਰ ਆਉਂਦਾ ਹੈ, ਜਗੀਰਾਂ ਦਿੰਦਾ, ਕਹਿੰਦਾ ਵੀ ਜਗੀਰਾਂ ਲੈ ਲਓ ਲੰਗਰਾਂ ਵਾਸਤੇ। ਪਾਤਸ਼ਾਹ ਕਹਿੰਦੇ ਨਹੀਂ, ਇਹ ਗੁਰੂ ਨਾਨਕ ਦੇ ਲੰਗਰ ਨੇ, ਇਹ ਸਿੱਖਾਂ ਦੇ ਟਕੇ ਟਕੇ ਨਾਲ ਚੱਲਣਗੇ, ਪਰ ਬਾਦਸ਼ਾਹ ਦੀਆਂ ਜਗੀਰਾਂ ਨਾਲ ਨਹੀਂ ਚੱਲਦੇ। ਪਰਵਾਹ ਨਹੀਂ ਸੀ ਕੀਤੀ। ਪੰਚਮ ਪਾਤਸ਼ਾਹ ਨੇ ਵੀ ਜਹਾਂਗੀਰ ਦੀ ਪਰਵਾਹ ਨਹੀਂ ਕੀਤੀ। ਛੇਵੇਂ ਪਾਤਸ਼ਾਹ ਨੇ ਤਖਤ ਸਾਜੇ ਵੀ ਇਸ ਤਰ੍ਹਾਂ ਨਹੀਂ, ਹੱਥੀ ਬਾਝ ਕਰਾ ਰਿਹਾ, ਵੈਰੀ ਹੋਏ ਨਾ ਮਿੱਤ। ਜਿਵੇਂ ਵੀਰ ਜੀ ਨੇ ਕਿਹਾ ਵੀ ਕਿਸਾਨੀ ਗੁਰੂ ਨਾਨਕ ਪਾਤਸ਼ਾਹ ਨੇ ਝੋਲੀ ਦੇ ਵਿੱਚ ਪਾਈ ਹੈ। ਅੱਜ ਵੇਖੋ ਜਦੋਂ ਹੱਕਾਂ ਦੀ ਗੱਲ ਹੋਈ, ਉਹ ਕ੍ਰਾਂਤੀ ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਨੌਜਵਾਨਾਂ ਵੱਲੋਂ ਉੱਠੀ। ਨੌਜਵਾਨ ਕਿਵੇਂ ਬੈਰੀਕੇਡ ਤੋੜਦੇ ਹੋਏ, ਕਿਵੇਂ ਉਹ ਵੱਡੇ ਵੱਡੇ ਜਿਹੜੇ ਟੋਏ ਭਰਦੇ ਹੋਏ, ਕਿਵੇਂ ਉਹ ਦਿੱਲੀ ਦੀਆਂ ਬਰੂਹਾਂ ਤੇ ਪਹੁੰਚੇ ਨੇ। ਨੌਜਵਾਨਾਂ ਦੇ ਅੰਦਰ ਉਹ ਜਜ਼ਬਾ, ਇਹਨਾਂ ਨੂੰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਖਤਮ ਕਰਨ ਦਾ ਯਤਨ ਕਰਦੇ ਨੇ। ਕਦੀ ਨਸ਼ੇ ਦੇ ਤਰੀਕੇ ਨਾਲ, ਕਦੀ ਉਹਨਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਕੇ, ਕਦੀ ਬੇਅਦਬੀਆਂ ਦਾ ਦੌਰ ਚਲਾ ਕੇ। ਹੁਣ ਵੀ ਆ ਜਿਹੜੇ ਸਾਰੇ ਕੰਮ ਕਰ ਰਹੇ ਨੇ ਕਿਸਾਨੀ ਕਰਕੇ, ਅੱਜ ਇਹਨਾਂ ਦਾ ਵਜੂਦ ਭਾਜਪਾ ਦਾ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਹੋ ਚੁੱਕਾ ਹੈ, ਸਫਾਈ ਹੋ ਚੁੱਕਾ ਹੈ। ਹੁਣ ਇਸ ਤਰੀਕੇ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨਾਲ ਛੇੜਛਾੜ ਕਰਕੇ, ਕਦੀ ਉਸ ਤਖਤ ਤੇ, ਕਦੀ ਉਸ ਤਖਤ ਤੇ, ਕਦੀ ਉਸ ਤਖਤ ਤੇ, ਇਹ ਮਾਹੌਲ ਨੂੰ ਖਰਾਬ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੇ ਨੇ ਵੀ ਸਾਡਾ ਪ੍ਰਧਾਨ ਮੰਤਰੀ ਵੀ ਸਾਡਾ ਹੋਏਗਾ, ਰਾਸ਼ਟਰਪਤੀ ਵੀ ਸਾਡਾ ਹੋਏਗਾ, ਤੇ ਪੰਜਾਬ ਤੇ ਅਸੀਂ ਲੈਂਡ ਆਰਡਰ ਦਾ ਸਾਡਾ ਰਾਜ ਹੋਏਗਾ, ਜਿਹਨੂੰ ਮਰਜ਼ੀ ਅਸੀਂ ਸ਼ੂਟ ਕਰ ਦਿਆਂਗੇ, ਕਿਸਾਨ ਆਪਣੇ ਆਪ ਪੰਜਾਬ ਆਉਣਗੇ। ਇਹ ਸਾਰਾ ਮਾਹੌਲ ਬਣਾ ਰਹੇ ਨੇ। ਨੌਜਵਾਨ ਜਿਹੜੇ ਨੇ ਹੱਕਾਂ ਦੀ ਗੱਲ ਕਰਦੇ ਨੇ। ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸੱਚ ਦੀ ਆਵਾਜ਼ ਨਿਕਲਦੀ ਏ। ਸੱਚ ਤੁਹਾਨੂੰ ਪਤਾ ਫਿਰ ਕਿਸੇ ਦੇ ਗਿੱਟੇ ਗੋਡੇ ਤੇ ਲੱਗਦਾ ਹੈ। ਪਾਤਸ਼ਾਹ ਦਾ ਪਾਵਨ ਬਚਨ ਹੈ, ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ। ਕੂੜੇ ਨੇ ਤੇ ਸੜਕੇ ਸਵਾਹ ਹੋਣਾ ਹੀ ਹੋਣਾ ਹੈ, ਸੱਚ ਨੇ ਕਿਸੇ ਦੇ ਗਿੱਟੇ ਗੋਡੇ ਤੇ ਲੱਗਣਾ ਹੈ। ਤੇ ਇਹ ਖਾਲਸੇ ਦੀ ਪਰੰਪਰਾ ਰਹੀ ਏ। ਇਹਦੇ ਮੂੰਹ ਦੇ ਵਿੱਚੋਂ ਜਦੋਂ ਵੀ ਨਿਕਲਿਆ ਸੱਚ ਨਿਕਲਿਆ, ਕਿਉਂਕਿ ਸੱਚ ਸਭਨਾ ਦਾ ਖਸਮ ਹੈ। ਇਹ ਉਸ ਖਸਮ ਨਾਲ ਜੁੜਿਆ ਹੈ ਤੇ ਜਿਹੜਾ ਹਮੇਸ਼ਾ ਕਹਿੰਦਾ ਵੀ ਬੱਚਾ ਤੂੰ ਸੱਚ ਦਾ ਸਾਥ ਦੇਣਾ ਹੈ, ਜੀਵਨ ਦੇ ਵਿੱਚ ਸੱਚ ਕਮਾਉਣਾ ਹੈ, ਸੱਚ ਦੇ ਆਸ਼ੇ ਅਨੁਸਾਰ ਆਪਣਾ ਜੀਵਨ ਬਸਰ ਕਰਨਾ ਹੈ। ਤੇ ਇਹ ਹੱਕ ਸੱਚ ਦੀ ਆਵਾਜ਼ ਹਾਕਮ ਸਰਕਾਰਾਂ ਨੂੰ ਚੰਗੀ ਨਹੀਂ ਲੱਗਦੀ। ਬਿਲਕੁਲ। ਸਾਧੂ ਸਿੰਘ ਜੀ ਤੁਹਾਡੇ ਕੋਲੇ ਆਉਂਗੀ, ਸਮਾਂ ਜਿਹੜਾ ਸੀਮਿਤ ਰਹਿ ਗਿਆ। ਜਾਂਦਿਆਂ ਹੋਇਆ ਸਿਰਫ ਇੰਨਾ ਕੁ ਜਿਹੜਾ ਜਵਾਬ ਲੈ ਕੇ ਜਾਣਾ ਚਾਹੂੰਗੀ ਕਿ ਅੱਜ ਸਾਡੀਆਂ ਜਿਹੜੀਆਂ ਕਮੇਟੀਆਂ ਨੇ ਜੋ ਕਿ ਮੌਜੂਦ ਨੇ, ਤਖਤਾਂ ਤੇ ਮੌਜੂਦ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ ਤਾਂ ਜੋ ਕਿ ਸਾਡੀ ਬਾਣੀ ਤੇ ਜਿਹੜਾ ਅਟੈਕ ਹੋ ਰਿਹਾ ਜਾਂ ਸਾਡੇ ਬਾਣੇ ਤੇ ਅਟੈਕ ਹੁੰਦਾ ਜਾਂ ਸਾਡੇ ਗੁਰਧਾਮਾਂ ਤੇ ਜਿਹੜੇ ਹੁਣ ਅਟੈਕ ਹੁੰਦੇ ਨੇ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਨੂੰ ਕਿਸ ਤਰ੍ਹਾਂ ਦੇ ਪ੍ਰਬੰਧਾਂ ਦੀ ਜਿਹੜੀ ਆ ਉਹ ਲੋੜ ਹੈ ਜੀ? ਦੇਖੋ ਭੈਣ ਜੀ, ਜਿਹੜੇ ਜੋ ਅੱਜ ਦਾ ਮੌਜੂਦਾ ਪ੍ਰਬੰਧ ਹੈ ਚੱਲ ਰਿਹਾ, ਭਾਵੇਂ ਉਹ ਕਿਸੇ ਵੀ ਤਖਤ, ਕਿਸੇ ਵੀ ਕਮੇਟੀ ਨੂੰ ਲੈ ਲਓ, ਉਹ ਸਿੱਖੀ ਤੋਂ ਬੜੀ ਕੋਸੋਂ ਦੂਰ ਚਲੇ ਦਿਨ ਬ ਦਿਨ ਜਾ ਰਹੇ ਨੇ। ਉਹਨਾਂ ਨੂੰ ਸਿਰਫ ਔਰ ਸਿਰਫ ਜਿਹੜਾ ਰਾਜ ਕਰਨਾ ਸੋਚਦੇ ਨੇ ਕਿ ਅਸੀਂ ਸਿਆਸਤ ਕਿਵੇਂ ਕਰਨੀ ਹੈ, ਵੱਡੇ ਪਦਵੀਆਂ ਤੇ ਕਿਵੇਂ ਪਹੁੰਚਣਾ ਹੈ, ਲੇਕਿਨ ਇਹ ਨਹੀਂ ਪਤਾ ਲੱਗਦਾ ਵੀ ਤੁਸੀਂ ਲੋਕ ਜਿੱਡੇ ਵੀ ਕਿਸੇ ਵੀ ਪ੍ਰਬੰਧਕੀ ਕੁਰਸੀ ਤੇ ਆਏ ਹੋ, ਤੁਸੀਂ ਇੱਕ ਪਹਿਰੇਦਾਰ ਹੋ, ਇੱਕ ਸੇਵਾਦਾਰ ਹੋ, ਗੁਰੂ ਮਹਾਰਾਜ ਦੇ ਘਰ ਦੇ ਚਾਕਰ ਹੋ। ਲੇਕਿਨ ਉਹ ਚਾਕਰ ਦੀ ਬਜਾਏ ਹੁਣ ਉਹ ਕਹਿਣ ਲੱਗ ਗਏ ਵੀ ਅਸੀਂ ਮਾਲਕ ਬਣ ਗਏ ਆ। ਇਹ ਸਾਡੀ ਬੜੀ ਬਦਕਿਸਮਤੀ ਹੈ ਵੀ ਇੱਕ ਪਾਸੇ ਤਾਂ ਦੇਖੋ ਇਹ ਕੌਮ ਨੇ ਕਿੰਨੀਆਂ ਕੁਰਬਾਨੀਆਂ ਦੇ ਕੇ ਮੁਲਕ ਆਜ਼ਾਦ ਕਰਾਇਆ ਔਰ ਹਰ ਥਾਂ ਤੇ ਹਮੇਸ਼ਾ ਆਪਣੀ ਦਸਤਾਰ ਦੀ ਜਿਹੜੀ ਹੈ ਸਿਰ ਉੱਚਾ ਕਰਕੇ ਚੱਲੇ ਆ। ਹੁਣੇ ਪਿੱਛੇ ਸਾਰਾਗੜੀ ਦਾ ਵੀ ਦਿਹਾੜਾ ਤੁਸੀਂ ਹੁਣ ਲੋਕਾਂ ਨੂੰ ਜਾਗਰੂਕ ਹੋ ਗਏ, ਪਤਾ ਲੱਗਦਾ ਵੀ 21 ਸਿੱਖਾਂ ਨੇ ਕਿਵੇਂ 10,000 ਨੂੰ ਢਾ ਲਿਆ। ਔਰ ਅੱਜ ਮੈਂ ਬੜਾ ਹੈਰਾਨ ਹੁੰਦਾ ਵਾਂ ਵੀ ਅਸੀਂ ਕਿੱਥੇ ਗੁਰੂ ਸਾਹਿਬ ਨੇ 1.25 ਲੱਖ ਸੇ ਇੱਕ ਲੜਾਉਣ ਵਾਲੀ ਗੱਲ ਜਿਹੜੀ ਹੈ ਸਾਬਤ ਕਰਕੇ ਦਿਖਾਈ ਔਰ ਸਿੱਖ ਨੂੰ ਕਿਹਾ ਵੀ ਜਿਹੜਾ ਮੇਰਾ ਖਾਲਸਾ ਉਹ 1.25 ਲੱਖ ਨਾਲ ਲੜਨ ਵਾਲਾ ਹੈ। ਲੇਕਿਨ ਅੱਜ ਨਮੋਸ਼ੀ ਹੈਗੀ ਹੈ ਕਿ ਦੇਖੋ ਕਿਸ ਤਰ੍ਹਾਂ ਅਸੀਂ ਇਸ ਕੌਮ ਦੀ, ਇਸ ਦੇਸ਼ ਦੀ ਵੀ ਨਮੋਸ਼ੀ ਹੈ ਕਿ ਵੀ ਉਹ ਜਿਹੜਾ ਗ੍ਰਹਿ ਮੰਤਰੀ ਉੱਥੇ ਆਂਦਾ ਪਿਆ ਉਹ ਤੜੀ ਪਾਰ ਹੈ ਔਰ ਦੂਜੇ ਪਾਸੇ ਜਿਹੜਾ ਸਾਡੀਆਂ ਪ੍ਰਬੰਧਕਾਂ ਦੇ ਉੱਤੇ ਜਿਹੜੇ ਕੁਰਸੀਆਂ ਤੇ ਬਹਿ ਗਏ ਨੇ ਉਹ ਕਈ ਕੇਸਾਂ ਦੇ ਵਿੱਚ ਲਿਪਤ ਹੈਗੇ ਨੇ, ਜਿਨ੍ਹਾਂ ਨੂੰ ਬਾਣੀ ਦਾ ਨਹੀਂ ਪਤਾ, ਬਾਣੀ ਦਾ ਨਹੀਂ ਪਤਾ, ਮਰਿਆਦਾ ਦਾ ਨਹੀਂ ਪਤਾ। ਔਰ ਜਿਹੜੇ ਸਿੰਘ ਸਾਹਿਬ ਨੇ ਠੀਕ ਹੈ ਉਹ ਤਨਖਾਹਾਂ ਲੈਂਦੇ ਨੇ ਕਿਉਂਕਿ ਉਹਨਾਂ ਦੇ ਘਰ ਦੀਆਂ ਜਿਹੜੀਆਂ ਲੋੜਾਂ ਨੇ ਉਹ ਤਨਖਾਹਾਂ ਦਾ ਇੱਕ ਸਿਸਟਮ ਹੈਗਾ, ਲੇਕਿਨ ਉਹਨਾਂ ਨੂੰ ਵੀ ਆਪਣਾ ਜ਼ਮੀਰ ਇੰਨਾ ਹੀ ਉਹਨਾਂ ਦਾ ਡਿੱਗ ਗਿਆ, ਮੈਨੂੰ ਸਮਝ ਨਹੀਂ ਆਈ, ਨਿਚਲੇ ਪੱਧਰ ਤੇ ਜਾ ਰਿਹਾ ਕਿ ਉਹਨਾਂ ਨੂੰ ਪੰਥ ਦੀਆਂ ਮਾਨ ਮਰਿਆਦਾਵਾਂ, ਗੁਰੂ ਮਹਾਰਾਜ ਦੀਆਂ ਦਿੱਤੀਆਂ ਬਖਸ਼ਿਸ਼ਾਂ, ਗੁਰੂ ਮਹਾਰਾਜ ਦੀਆਂ ਸਿੱਖਿਆ ਨੂੰ ਭੁੱਲ ਕੇ ਕਿਹੜੇ ਪਾਸੇ ਤੁਰ ਪਏ ਆ। ਸਿਰਫ ਅੱਜ ਆਪਣੇ ਇੱਕ ਜਿਹੜੇ ਨਿੱਜੀ ਮਫਾਦ ਦੇ ਲਈ ਅਸੀਂ ਜੀ ਰਹੇ ਹਾਂ
ਔਰ ਇਹ ਸਾਨੂੰ ਕੌਮ ਨੂੰ ਸੋਚਣਾ ਪਏਗਾ। ਮੈਨੂੰ ਤਾਂ ਲੱਗਦਾ ਹੈ ਜਿਵੇਂ ਕਿ ਵੀ ਹੁਣ ਦੁਬਾਰਾ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਰਗੀਆਂ ਫੈਡਰੇਸ਼ਨਾਂ ਦੁਬਾਰਾ ਸੁਰਜਿਤ ਕਰਨਾ ਪਏਗਾ। ਇੱਕ ਸਿੱਖ ਸਭਾ ਲਹਿਰ ਫਿਰ ਤੁਰੇਗੀ, ਜਿਹੜਾ ਕਿ ਔਰ ਹਰ ਸਿੱਖ ਨੂੰ ਇੱਕ ਨਾਲ ਲੀਡਰ ਹੋਣ ਦੀ ਬਜਾਏ ਇੱਕ ਪੰਥਕ ਪਹਿਰੇਦਾਰ ਬਣਨਾ ਪਏਗਾ, ਵੀ ਤਾਂ ਜੋ ਪਹਿਰਾ ਦਵੇ ਵੀ ਪ੍ਰਬੰਧਕ ਕੀ ਕਰਦੇ ਨੇ, ਗੁਰਧਾਮਾਂ 'ਚ ਕੀ ਹੁੰਦਾ ਹੈ, ਸਾਡੀ ਸਿੱਖੀ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਕੀ ਵਿਚਰ ਰਿਹਾ, ਸਾਡੀ ਪਨੀਰੀ ਕਿਸ ਪਾਸੇ ਜਾ ਰਹੀ ਹੈ। ਕਿਉਂਕਿ ਇਹ ਸਰਕਾਰਾਂ ਨੇ ਸਾਨੂੰ ਬਹੁਤ ਕਮਜ਼ੋਰ, ਅੱਜ ਦਾ ਨਹੀਂ ਕਮਜ਼ੋਰ ਕਰ ਰਹੇ, ਬੜੇ ਸਮੇਂ ਤੋਂ ਦੇਖੋ ਜਿਸ ਤਰ੍ਹਾਂ ਪੰਜਾਬ ਨੂੰ ਕਿਵੇਂ ਵੰਡਿਆ, 1 ਤੋਂ 2, 2 ਤੋਂ 5 ਹਿੱਸੇ ਕਰ ਦਿੱਤੇ, ਉਹਦੇ ਬਾਅਦ ਪੰਜਾਬ ਦਾ ਪਾਣੀ ਖਰਾਬ ਕਰਤਾ, ਫਸਲਾਂ ਨੂੰ ਕਿਵੇਂ ਪੈ ਗਏ ਨੇ, ਅੱਜ ਕਿਸਾਨ ਨੂੰ ਪੈ ਗਏ ਨੇ, ਪਨੀਰੀ ਨੂੰ ਖਰਾਬ ਕਰੀ ਜਾਂਦੇ ਨੇ। ਉਹਨਾਂ ਦੀ ਸਾਡਾ ਇਤਿਹਾਸ ਜਿਹੜਾ ਕਿਤਾਬਾਂ 'ਚੋਂ ਲੋਪ ਕਰ ਦਿੱਤਾ ਗਿਆ, ਵੀ ਤਾਂ ਜੋ ਬਈ ਬੱਚੇ ਨਾ ਪੜ੍ਹਨ ਤੇ ਨਾ ਉਹਨਾਂ ਨੂੰ ਇਸ ਕੌਮ ਦੀ ਜਿਹੜੀ ਸ਼ਹਾਦਤਾਂ ਦਾ ਜਿਹੜਾ ਐਡਾ ਵੱਡਾ ਸਾਡਾ ਸਰਮਾਇਆ ਹੈ ਉਹ ਨਾ ਪਤਾ ਲੱਗੇ, ਔਰ ਉਹ ਮਾਣ ਕਰ ਸਕਣ, ਔਰ ਉਸ ਪੁੰਨਿਆਂ ਤੇ ਤੁਰ ਸਕਣ। ਇਹ ਸਾਰੀਆਂ ਸਰਕਾਰਾਂ ਦੀਆਂ ਗੱਲਾਂ ਨੇ, ਔਰ ਸਾਨੂੰ ਇਹਦੇ ਲਈ ਆਪਣੇ ਕੌਮ ਦੇ ਮੋਢੀਆਂ ਨੂੰ, ਕੁਝ ਜਰਨੈਲਾਂ ਨੂੰ ਸੋਚਣਾ ਪਏਗਾ। ਔਰ ਮੈਂ ਸਮਝਦਾ ਅੱਜ ਜਿਹੜਾ ਵੀ ਜਾਗਰੂਕ ਨੌਜਵਾਨ ਹੈ ਉਹਨੂੰ ਇਸ ਬਾਰੇ ਸੋਚ ਕੇ ਔਰ ਅੱਗੇ ਵਧਣਾ ਪਏਗਾ। ਇਹ ਨਾ ਸੋਚੇ ਕਿ ਉਹ ਕਰੇਗਾ ਤੇ ਅਸੀਂ ਉਹਦੇ ਪਿੱਛੇ ਚੱਲਾਂਗੇ। ਕੋਈ ਵੀ ਸਾਨੂੰ ਸਭ ਨੂੰ ਇੱਕ ਹੁਣ ਇੱਕ ਪੰਥਕ ਪਹਿਰੇਦਾਰ ਦੇ ਰੂਪ ਵਿੱਚ ਇੱਕ ਪਹਿਰਾ ਦੇਣ ਦੀ ਗੱਲ ਜਿਹੜੀ ਹੈ ਹੁਣ ਕਰਨੀ ਪੈਣੀ ਜੀ। ਜਾਂਦੇ ਹੋਏ ਹਰਪਾਲ ਸਿੰਘ ਜੀ, ਲਾਸਟ ਕੁਐਸਚਨ ਜਿਹੜਾ ਮੈਂ ਤੁਹਾਡੇ ਕੋਲੋਂ ਕਰਨਾ ਚਾਹੂੰਗੀ ਕਿ ਸਾਡੀ ਸਿੱਖ ਕੌਮ ਦੇ ਜਥੇਦਾਰ, ਤਖਤਾਂ ਦੇ ਜਥੇਦਾਰ ਜਿਹੜੇ ਆ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ, ਉਹਨਾਂ ਦਾ ਜਜ਼ਬਾ ਜਿਹੜਾ ਉਹ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ਜੀ? ਤਖਤਾਂ ਦੇ ਜਥੇਦਾਰ ਜਦੋਂ ਵੀ ਗੱਲ ਚੱਲੇਗੀ ਅਕਾਲੀ ਫੂਲਾ ਸਿੰਘ ਵਰਗੇ ਹੋਣੇ ਚਾਹੀਦੇ ਨੇ, ਜਿਹੜੇ ਉਸ ਵੇਲੇ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜਾ ਮਾਰਨ ਦੀ ਸਜ਼ਾ ਲਾਉਣ ਦੀ ਜੁਰਤ ਰੱਖਦੇ ਹੋਣ। ਅੱਜ ਤੇ ਪੰਜਾਬ ਐਡਾ ਕਿ ਉਦੋਂ ਪੰਜਾਬ ਕਾਬਲ ਤੋਂ ਕੰਧਾਰ, ਕਸ਼ਮੀਰ, ਲਾਹੌਰ, ਮੁਲਤਾਨ ਤੇ ਪਿਸ਼ਾਵਰ ਇਹਦੀਆਂ ਰਿਆਸਤਾਂ ਨੇ। ਐਡੇ ਵੱਡੇ ਰਾਜ ਭਾਗ ਦੇ ਰਾਜੇ ਨੂੰ ਉਹਨਾਂ ਨੇ ਕਿਹਾ, ਚੈਲੰਜ ਕੀਤਾ ਸੀ, ਇੱਥੇ ਲੰਮੇ ਪੈ ਤੇਰੇ ਕੋੜੇ ਪੈਣਗੇ। ਇਹੋ ਜਿਹੀ ਜੁਰਤ ਵਾਲਾ ਸਾਨੂੰ ਜਥੇਦਾਰ ਚਾਹੀਦਾ ਹੈ, ਇਹੋ ਜਿਹੇ ਨਲਾਇਕ ਜਥੇਦਾਰ ਨਹੀਂ ਚਾਹੀਦੇ। ਇਹ ਤੇ ਫਿਰ ਉਹ ਗੱਲ ਹੋਈ, ਭਾਈ ਗੁਰਦਾਸ ਜੀ ਕਹਿੰਦੇ ਜੇ ਮਾਂ ਪੁੱਤੇ ਵਿਸ ਦੇ ਤੇ ਕਿਸ ਪਿਆਰਾ, ਜੇ ਮਾਂ ਜ਼ਹਿਰ ਦੇਣ ਤੇ ਤੁੱਲ ਜੇਗੀ ਫਿਰ ਕੋਈ ਉਹਨੂੰ ਬਚਾ ਸਕਦਾ ਬੱਚੇ ਨੂੰ? ਜੇਕਰ ਭੰਨੇ ਪਾਰੂ ਕੋਲ ਰੱਖਣ ਹਾਰਾ, ਜੇ ਪਹਿਰੇਦਾਰ ਹੀ ਘਰ ਨੂੰ ਲੁੱਟਣ ਲੱਗ ਪਿਆ ਤੇ ਕੋਈ ਬਚਾਏਗਾ? ਬੇੜਾ ਡੋਬੇ ਪਾਤ ਨਹੀਂ ਕਿਸ ਕਰੇ ਪੁਕਾਰਾ, ਜੇ ਮਲਾਈ ਬੇੜਾ ਡੋਬਣ ਤੇ ਤੁੱਲ ਜੇ ਤੇ ਬਚਾਊ ਕੌਣ? ਜੇਕਰ ਖੇਤੇ ਖਾਏ ਵਾੜ ਕੋਈ ਲਹੇ ਨਾ ਸਾਰਾ, ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤੇ ਖੇਤ ਦਾ ਬਚਾਅ ਕੌਣ ਕਰੇਗਾ? ਜੇ ਆਗੂ ਲੈ ਉੱਜੜ ਪਵੇ ਕਿਸ ਕਰੇ ਪੁਕਾਰਾ, ਜੇ ਸਾਡੇ ਆਗੂ ਇਹੋ ਜਿਹੇ ਕੰਮ ਕਰਨ ਲੱਗ ਪੈਣਗੇ। ਦੇਖੋ ਜਗਨਾਥਪੁਰੀ ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਰਾਮ ਕੋਵਿੰਦ ਨੂੰ ਮੱਥਾ ਨਹੀਂ ਟੇਕਣ ਦਿੱਤਾ ਗਿਆ, ਇਹਦੇ ਨਾਲ ਤੇ ਉਹ ਪੁਜਾਰੀ ਚੰਗੇ ਹੋ ਗਏ। ਚਲੋ ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਮੱਥਾ ਨਹੀਂ ਟੇਕਣ ਦੇਣਾ ਚਾਹੀਦਾ, ਪਰ ਵਿਸ਼ੇਸ਼ ਸਤਿਕਾਰ ਨਹੀਂ ਸੀ ਦੇਣਾ ਚਾਹੀਦਾ। ਆਮ ਸੰਗਤ ਨੂੰ ਤੁਸੀਂ ਮੱਥਾ ਟੇਕਣ ਤੋਂ ਰੋਕਤਾ, ਇਹਨੂੰ ਤੁਸੀਂ ਚੋਲੇ ਪਾ ਰਹੇ ਜੇ, ਇਹਨੂੰ ਤੁਸੀਂ ਬਾਣਾ ਪਾ ਰਹੇ ਜੇ। ਅਣਮਤੀ ਬੰਦਾ ਹੈ ਇਹ। ਬਾਣੇ ਦਾ ਬੜਾ ਵੱਡਾ ਅਪਮਾਨ ਹੋਇਆ, ਸੰਗਤ ਦਾ ਬੜਾ ਵੱਡਾ ਅਪਮਾਨ ਹੋਇਆ, ਤੇ ਉਹ ਤਖਤਾਂ ਤੋਂ ਜਿੱਥੇ ਲੋਕਾਂ ਨੂੰ ਸਾਹ ਮਿਲਦਾ ਸੀ, ਗਰੀਬ ਨੂੰ ਵੀ ਬਰਾਬਰ ਦਾ ਸਤਿਕਾਰ ਸੀ, ਅਮੀਰ ਨੂੰ ਵੀ, ਊਚ ਨੂੰ ਵੀ, ਨੀਚ ਨੂੰ ਵੀ, ਤੇ ਉੱਥੇ ਇਹ ਵਿਤਕਰੇ ਕੀਤੇ ਜਾ ਰਹੇ ਨੇ। ਸੰਗਤਾਂ ਨੂੰ ਦਰਸ਼ਨ ਨਹੀਂ ਕਰਾਏ ਜਾ ਰਹੇ, ਇਹਨਾਂ ਨੂੰ ਦਰਸ਼ਨ ਕਰਾਏ ਜਾ ਰਹੇ ਨੇ, ਉਹਨਾਂ ਨੂੰ ਮੱਥਾ ਵੀ ਟੇਕਣ ਦਿੱਤਾ ਜਾ ਰਿਹਾ, ਇਹਨਾਂ ਨੂੰ ਚੋਲੇ ਪਹਿਨਾਏ ਜਾ ਰਹੇ ਨੇ। ਇਹਨਾਂ ਨੇ ਦਸਤਾਰ ਦਾ ਵੀ ਅਪਮਾਨ ਪਿਛਲੇ ਦਿਨਾਂ ਦੇ, ਜਿਵੇਂ ਵੀਰ ਜੀ ਨੇ ਗੱਲ ਕੀਤੀ ਏ, ਇੱਥੇ ਮੋਦੀ ਆਉਂਦਾ ਤੇ ਉੱਥੇ ਬਠਿੰਡੇ ਦੀ ਧਰਤੀ ਤੇ ਬੀਬੀ ਸਿਮਰਤ ਕੌਰ ਬਾਦਲ ਨੇ ਵੀ 2 ਮਿੰਟ ਪੱਗ ਪਾਈ, ਉਹਨੇ 2 ਮਿੰਟ ਪੱਗ ਐ ਲਾ ਕੇ ਰੱਖਤੀ। ਉਸ ਵੇਲੇ ਦਸਤਾਰ ਦੀ ਤੋਹੀਨ ਕੀਤੀ ਗਈ, ਹੁਣ ਇਹਨੇ ਚੋਲਾ ਇਹਨੇ 2 ਮਿੰਟ ਹੀ ਲਾ ਕੇ ਪਰਾਂ ਮਾਰਨਾ। ਇਹ ਤੋਹੀਨ ਨਹੀਂ ਗਈ? ਇਹਨਾਂ ਨੂੰ ਇਹੋ ਜਿਹੇ ਬੰਦੇ ਨੂੰ ਪਾਉਂਦੇ ਕਿ ਕਿਉਂ ਨੇ? ਇਹਨਾਂ ਨੂੰ ਸ਼ਰਮ ਚਾਹੀਦੀ। ਮੈਂ ਤੇ ਕਹਿਣਾ ਚਾਹੁੰਦਾ ਸਿੱਧੇ ਸ਼ਬਦਾਂ ਦੇ ਵਿੱਚ, ਵੈਸੇ ਇਹੋ ਜਿਹੇ ਸ਼ਬਦ ਵਰਤਣੇ ਨਹੀਂ ਚਾਹੀਦੇ, ਪਰ ਸਾਨੂੰ ਸ਼ਰਮ ਆਈ ਏ, ਇਹਨਾਂ ਦੇਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ। ਜੀ। ਤੇ ਸਾਨੂੰ ਜਥੇਦਾਰ ਚਾਹੀਦੇ ਅਕਾਲੀ ਫੂਲਾ ਸਿੰਘ ਵਰਗੇ ਜੁਰਤ ਵਾਲੇ, ਤੇ ਪ੍ਰਧਾਨ ਵੀ ਇਹੋ ਜਿਹੇ ਨਹੀਂ ਚਾਹੀਦੇ ਬੀਬੀ ਜਗੀਰ ਕੌਰ ਵਰਗੇ ਵੀ ਅਸੀਂ ਕਾਨੂੰਨ ਹੱਥ 'ਚ ਨਹੀਂ ਲੈ ਸਕਦੇ। ਜਦੋਂ ਅਸੀਂ 328 ਸਰੂਪਾਂ ਦਾ ਹਿਸਾਬ ਲੈਣ ਜਾਂਦੇ ਆ, ਉੱਥੇ ਤੁਸੀਂ ਬੀਬੀਆਂ ਨੂੰ ਵੀ ਤੁਸੀਂ ਉਦੋਂ ਕਾਨੂੰਨ ਹੱਥ 'ਚ ਲੈਂਦੇ ਜੇ, ਉਦੋਂ ਬੀਬੀਆਂ ਨੂੰ ਵੀ ਤੁਸੀਂ ਡਾਂਗ ਚਲਾਉਂਦੇ ਜੇ, ਭੈਣਾਂ ਤੇ ਵੀ ਡਾਂਗਾਂ ਚੱਲਦੀਆਂ, ਭਰਾਵਾਂ ਤੇ ਵੀ ਡਾਂਗਾਂ ਚੱਲਦੀਆਂ, ਉਦੋਂ ਕਾਨੂੰਨ ਤੁਸੀਂ ਹੱਥ 'ਚ ਨਹੀਂ ਲੈਂਦੇ। ਟਾਸਕ ਫੋਰਸ ਪਿਛਲੇ ਦਿਨਾਂ ਦੇ ਅੰਦਰ ਬੁੰਗਿਆਂ ਦੀ ਗੱਲ ਚੱਲੀ, ਉਦੋਂ ਤੁਸੀਂ ਟਾਸਕ ਫੋਰਸ ਦੇ ਨਾਲ ਸਾਰੇ ਸਾਡੇ ਕੈਮਰੇ ਭੰਨੇ, ਲੱਤਾਂ ਬਾਹਾਂ ਭੰਨੀਆਂ, ਉਦੋਂ ਤੁਸੀਂ ਕਾਨੂੰਨ ਹੱਥ 'ਚ ਲੈ ਲੈਂਦੇ ਜੇ। ਜਦੋਂ ਬੇਅਦਬੀ ਹੁੰਦੀ ਹੈ ਗੁਰੂ ਮਹਾਰਾਜ ਦੀ, ਤਖਤਾਂ ਦੀ, ਉਦੋਂ ਤੁਸੀਂ ਆਂਦੇ ਕਾਨੂੰਨ ਹੱਥ 'ਚ ਨਹੀਂ ਲੈ ਸਕਦੇ। ਅੱਗੇ ਪਿੱਛੇ ਗੋਲ ਕੇ ਜਦੋਂ ਤੁਹਾਡੀ ਕੋਈ ਚੁੱਕਦਾ ਉਸੇ ਵੇਲੇ ਤੁਸੀਂ ਕਾਨੂੰਨ ਹੱਥ 'ਚ ਲੈ ਲੈਣਾ। ਤੁਹਾਨੂੰ ਗੋਲਕਾਂ ਪਿਆਰੀਆਂ ਨੇ ਧਰਮ ਦੇ ਠੇਕੇਦਾਰਾਂ ਨੂੰ, ਤੁਹਾਨੂੰ ਗੁਰੂ ਦੇ ਨਾਲ ਕੋਈ ਨਹੀਂ, ਤਖਤਾਂ ਦੇ ਨਾਲ ਕੋਈ ਨਹੀਂ। ਇਹ ਬੜਾ ਦੁੱਖ ਆ ਜੀ, ਅੱਜ ਬਹੁਤ ਜ਼ਿਆਦਾ ਦੁੱਖ ਹੋਇਆ। ਜੇ ਪਹਿਲਾ ਦੁੱਖ ਨਹੀਂ ਸੀ ਭੁੱਲਿਆ ਅਨੰਦਪੁਰ ਸਾਹਿਬ ਵਾਲਾ, ਉਹਦੇ ਨਾਲ ਇੰਨਾ ਮਨ ਭਰਿਆ ਪਿਆ ਸੀ, ਅੱਜ ਇਹਨਾਂ ਨੇ ਇੱਕ ਹੋਰ ਨਵਾਂ ਮੁੱਦਾ ਛੇੜਤਾ। ਇਹ ਤਖਤਾਂ ਨੂੰ ਟਾਰਗੇਟ ਕਰ ਰਹੇ ਨੇ। ਅੱਜ ਮਾਫ ਕਰਨਾ, ਤਖਤਾਂ ਦਾ ਸਿਆਸੀਕਰਨ ਹੋ ਗਿਆ, ਕਿਉਂਕਿ ਤਖਤਾਂ ਤੋਂ ਹੁਕਮਨਾਮੇ ਜਾਰੀ ਹੁੰਦੇ ਨੇ। ਅੱਜ ਦੁਨੀਆ ਦੇ ਕਿਸੇ ਕੋਨੇ ਤੇ ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਵਸਦਾ ਹੈ, ਉਹਨੂੰ ਕੋਈ ਕਹਿੰਦਾ ਵੀ ਆਹ ਕਿਉਂ ਕਰ ਰਹੇ ਆ, ਇਹ ਕਿੱਥੋਂ ਦੀ ਮਰਿਆਦਾ? ਕਹਿੰਦਾ ਜੀ ਸਾਡੇ ਅਕਾਲ ਤਖਤ ਸਾਹਿਬ ਦੀ ਮਰਿਆਦਾ। ਕਹਿੰਦੇ ਤੁਹਾਨੂੰ ਇਹ ਹੁਕਮਨਾਮਾ ਜਾਰੀ ਕਿਹਨੇ ਕੀਤਾ? ਅਸੀਂ ਕਹਿੰਦੇ ਸਾਡੇ ਸਿੰਘ ਸਾਹਿਬਾਂ ਨੇ। ਉਹਨਾਂ ਨੇ ਤਖਤਾਂ ਤੇ ਸਿੰਘ ਸਾਹਿਬਾਂ ਦੀ ਪ੍ਰਤਿਭਾ ਨੂੰ ਰੋਕ ਕੇ ਰੱਖਤਾ। ਅੱਜ ਅੱਧੇ ਕੋ ਮੰਨਦੇ ਨੇ, ਆਂਦੇ ਅਸੀਂ ਸਿੰਘ ਸਾਹਿਬ ਮੰਨਦੇ ਆ, ਅੱਧੇ ਕਹਿੰਦੇ ਅਸੀਂ ਮੰਨਦੇ ਨਹੀਂ।
ਜੀ ਤੇ ਜੇ ਜੁਰਤ ਵਾਲਾ ਸਿੰਘ ਸਾਹਿਬ ਹੋਵੇ ਤੇ ਸਾਰੀ ਕੌਮ ਇਕੱਠੀ ਹੋ ਸਕਦੀ ਹੈ। ਅਕਾਲ ਤਖਤ ਸਭ ਦਾ ਸਾਂਝਾ ਹੈ, ਗੁਰਦੁਆਰੇ ਸਭ ਦੇ ਸਾਂਝੇ ਨੇ, ਪਰ ਇਹਨਾਂ ਨੇ ਕਹਿਤਾ ਵੀ ਇਹ ਫਲਾਣੇ ਦੇ ਵਿਸ਼ੇਸ਼ ਨੇ ਤੇ ਢੀਂਗਣੇ ਦੇ ਨਹੀਂ। ਇਵੇਂ ਨਹੀਂ ਹੋ ਸਕਦਾ। ਉੱਥੇ ਹਰੇਕ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ। ਇਹ ਵੀ ਪੰਗਤ ਚ ਲਾ ਕੇ ਨਮਸਕਾਰ ਕਰਦਾ ਜਿਵੇਂ ਆਮ ਸੰਗਤ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਦੀਆਂ ਨਜ਼ਰਾਂ ਦੇ ਅੰਦਰ, ਗੁਰੂ ਦੀਆਂ ਨਜ਼ਰਾਂ ਦੇ ਅੰਦਰ ਕੋਈ ਵਿਸ਼ੇਸ਼ ਨਹੀਂ। ਅਮਿਤ ਸ਼ਾਹ ਕੋਈ ਹੋਏਗਾ ਦੇਸ਼ ਦਾ, ਪਰ ਉੱਥੇ ਗੁਰੂ ਦੀਆਂ ਨਜ਼ਰਾਂ ਦੇ ਅੰਦਰ ਉਹ ਵੀ ਇੱਕ ਨਿਮਾਣਾ ਸਿੱਖ ਬਣ ਕੇ ਆਇਆ। ਜੀ ਪਰ ਇਹੋ ਜਿਹਾ ਕਰਕੇ ਇਹ ਮਤਲਬ ਸਾਡਾ ਅੱਜ ਦਾ ਜੀ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਲੈ ਕੇ ਤੁਹਾਡੇ ਰੂਬਰੂ ਹੋਏ ਸੀਗੇ ਕਿ ਤਖਤ ਹਜ਼ੂਰ ਸਾਹਿਬ ਵਿਖੇ ਜਿਹੜਾ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚਿਆ ਸੀ, ਉਸ ਨੂੰ ਜਿਹੜਾ ਬਾਣਾ ਪਹਿਨਾਇਆ ਗਿਆ, ਉਸ ਚੀਜ਼ ਨੂੰ ਲੈ ਕੇ ਸੰਗਤਾਂ ਦੇ ਵਿੱਚ ਕਾਫੀ ਜਿਹੜਾ ਉਹ ਰੋਸ ਦੇਖਣ ਨੂੰ ਮਿਲ ਰਿਹਾ ਹੈ। ਤੇ ਇਸੇ ਵਿਸ਼ੇ ਤੇ ਅਸੀਂ ਅੱਜ ਸਾਧੂ ਭੁਪਿੰਦਰ ਸਿੰਘ ਜੀ ਹੋਣਾ ਦੇ ਨਾਲ ਅਤੇ ਭਾਈ ਹਰਪਾਲ ਸਿੰਘ ਮੱਖੂ ਜੀ ਹੋਣਾ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਬਹੁਤ ਵੱਡੇ ਸਵਾਲ ਜਿਹੜੇ ਨੇ ਹੁਣ ਸਾਡੀ ਕੌਮ ਦੇ ਲਈ, ਸਾਡੇ ਜਥੇਦਾਰਾਂ ਦੇ ਲਈ ਖੜੇ ਹੋ ਗਏ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਦੁਬਾਰਾ ਫਿਰ ਤੋਂ ਸਾਨੂੰ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਜਿਹੜੇ ਨੇ ਉਹ ਮਿਲਦੇ ਨੇ ਜਾਂ ਫਿਰ ਤੋਂ ਦੁਬਾਰਾ ਕੋਈ ਇਸ ਤਰ੍ਹਾਂ ਦੀ ਬੇਅਦਬੀ ਦਾ ਸਾਹਮਣਾ ਸਾਨੂੰ ਨਾ ਕਰਨਾ ਪਵੇ। ਇਸ ਤਰ੍ਹਾਂ ਅਸੀਂ ਜਿਹੜਾ ਫਿਰ ਤੋਂ ਆਪਣੀ ਨੌਜਵਾਨੀ ਨੂੰ ਕਿਸ ਤਰ੍ਹਾਂ ਜਿਹੜਾ ਜਾਗਰੂਕ ਕਰਾਂਗੇ, ਉਹਦੇ ਲਈ ਸਾਨੂੰ ਸਾਡੇ ਜਥੇਦਾਰਾਂ ਨੂੰ ਜਿਹੜਾ ਉਹ ਸੋਚਣਾ ਪਵੇਗਾ। ਸੋ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਜੀ। ਮੈਂ ਬਲਜੀਤ ਕੌਰ ਫਿਰ ਤੋਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੀ ਜੀ। ਜਦ ਤੱਕ ਤੁਸੀਂ ਦੇਖਦੇ ਰਹੋ ਵੌਇਸ ਆਫ ਖਾਲਸਾ ਟੀਵੀ। ਮੈਨੂੰ ਬਲਜੀਤ ਕੌਰ ਨੂੰ ਹੁਣ ਦਿਓ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।